ਸਨਮਾਨ ਰਾਸ਼ੀ ਕਰਮਵੀਰ ਸਿੰਘ ਜਿਹੜੇ ਕਿ ਢਾਸਾਂ ਬਾਰਡਰ ਦੇ ਉੱਪਰ ਲਗਾਤਾਰ ਆਪਣੀ ਹਾਜ਼ਰੀ ਭਰਦੇ ਸਨ। ਕੁਝ ਮਜਬੂਰੀ ਕਰਕੇ, ਕੰਮ ਦੀ ਮਜਬੂਰੀ, ਰਸਤਿਆਂ ਦੀ ਕਰਕੇ ਇਹਨਾਂ ਨੂੰ ਅਸੀਂ ਇੱਥੇ ਸਿੰਘੂ ਬਾਰਡਰ ਤੇ ਹੀ ਬੁਲਾਇਆ। ਸੋ ਇਸ ਵਕਤ ਉਹਨਾਂ ਦੇ ਧਰਮ ਸੁਪਤਨੀ ਉਹਨਾਂ ਨੂੰ 1 ਲੱਖ ਰੁਪਏ ਦੀ ਜੋ ਸਹਾਇਤਾ ਰਾਸ਼ੀ ਹੈ ਸੰਗਤ ਏਡ ਦੇ ਵੱਲੋਂ ਉਹ ਭੇਟ ਕੀਤੀ ਜਾ ਰਹੀ ਹੈ। ਕੁਲਦੀਪ ਜੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨਾਲ ਰਮੇਸ਼ਵਰ ਜੀ ਉਹਨਾਂ ਦੇ ਪਰਿਵਾਰ ਵਿੱਚੋਂ ਆਏ। ਉਹਨਾਂ ਦੇ ਬੇਟੇ ਜਿਹੜੇ ਨੇ ਦੋਨੋਂ ਉਹ ਉਹਨਾਂ ਦੀ ਇੱਕ ਦੀ ਫੌਜ ਦੀ ਜੌਬ ਹੋਣ ਕਰਕੇ, ਇੱਕ ਦੀ ਸਿਕਿਉਰਿਟੀ ਕਰਕੇ ਉਹ ਨਹੀਂ ਪਹੁੰਚ ਸਕੇ। ਸੋ ਅਸੀਂ ਸਾਰਾ ਕਿਸਾਨ ਯੂਨੀਅਨ ਚੜੂਨੀ ਦਾ ਇਹ ਕੈਂਪ ਹੈ ਜਿੱਥੇ ਇਸ ਵਕਤ ਅਸੀਂ ਬੈਠੇ ਹੋਏ ਹਾਂ ਤੇ ਇਹਨਾਂ ਦਾ ਬੜਾ ਵੱਡਾ ਸਹਿਯੋਗ ਰਿਹਾ। ਲਗਾਤਾਰ ਪਿਛਲੇ 3 ਦਿਨਾਂ ਤੋਂ ਦੇਖੋ ਸਾਰੇ ਹੀ ਵੀਰ ਲਗਾਤਾਰ ਸਾਡੇ ਨਾਲ ਚੱਲਦੇ ਪਏ ਨੇ। ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਦਾ ਜਾਵਾਂ, ਪਿਛਲੇ 3 ਦਿਨਾਂ 'ਚ ਮੈਂ ਗੱਲ ਨਹੀਂ ਕੀਤੀ ਪਰ ਹੁਣ ਮੇਰਾ ਜੀ ਕਰ ਰਿਹਾ ਸੀ ਮੈਂ ਕਰਾਂ। ਇਸ ਸੰਘਰਸ਼ ਦੇ ਵਿੱਚ ਸੰਘਰਸ਼ ਕੁਰਬਾਨੀ ਮੰਗਦਾ ਹੈ। ਸਾਡੇ ਨਾਲ ਕੁਲਦੀਪ ਸਿੰਘ ਸੰਧੂ ਜੀ ਨੇ, ਆਪ ਜੀ ਨੇ ਦੇਖਿਆ ਹੋਣਾ, ਸਾਰੇ ਜਿੱਥੇ ਵੀ ਅਸੀਂ ਗਏ ਹਾਂ ਕਰੀਬ 15 ਘਰਾਂ ਦੇ ਵਿੱਚ ਅਸੀਂ ਗਏ ਹਾਂ ਤੇ ਉੱਥੇ ਇਹ ਸਾਡੇ ਨਾਲ ਨੇ। ਵੱਡੀ ਗੱਲ ਇਹ ਕਿ ਆਪਣੀ ਅਜੇ ਇਹਨਾਂ ਨੇ ਮੰਡੀ ਦੇ ਵਿੱਚ ਜਾ ਕੇ ਕਣਕ ਸੁੱਟੀ ਸੀਗੀ ਅਜੇ, ਤੇ ਉਧਰੋਂ ਸਾਡਾ ਪ੍ਰੋਗਰਾਮ ਆ ਗਿਆ ਵੀ ਹਾਂ ਉਹਨਾਂ ਦੇ ਨਾਲ ਜਾਣਾ। ਸੋ 3 ਦਿਨ ਹੋ ਗਏ ਇਹਨਾਂ ਨੇ ਪਿੱਛੇ ਭੌਂ ਕੇ ਨਹੀਂ ਦੇਖਿਆ ਤੇ ਸਾਡੇ ਨਾਲ ਚੱਲਦੇ ਪਏ ਨੇ। ਸੋ ਜਿਹੜੇ ਕਿਸਾਨ ਯੂਨੀਅਨ ਦੇ ਵਲੰਟੀਅਰਸ ਨੇ, ਲੀਡਰ ਨੇ, ਜਥੇਦਾਰ ਨੇ ਜਾਂ ਅਹੁਦੇਦਾਰ ਨੇ, ਉਹ ਆਪਣੀ ਸਾਰਾ ਕੁਝ ਸਮਰਪਿਤ ਕਰਕੇ ਬੈਠੇ ਹੋਏ ਨੇ। ਜਿਹੜਾ ਸੰਘਰਸ਼ ਆਪਾਂ ਦੇਖਦੇ ਹਾਂ ਨਾ, ਸਾਨੂੰ ਵੀ ਬੜੀਆਂ ਉਮੀਦਾਂ, ਤੁਸੀਂ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਹੋ, ਤੁਹਾਡੇ ਮਨਾਂ ਦੇ ਵਿੱਚ ਵੀ ਬਹੁਤ ਕੁਝ ਹੁੰਦਾ ਕਿ ਕਿੱਦਾਂ ਸੰਘਰਸ਼ ਕਿੱਦਾਂ ਚੱਲਦਾ ਪਿਆ, ਹੁਣ ਠੰਡਾ ਤਾਂ ਨਹੀਂ ਹੋ ਗਿਆ, ਇਹ ਤਾਂ ਨਹੀਂ ਹੋ ਗਿਆ। ਸੋ ਇਹ ਸੰਘਰਸ਼ ਚੜ੍ਹਦੀ ਕਲਾ 'ਚ ਐਸੇ ਜਜ਼ਬੇ ਵਾਲੇ ਲੋਕ ਜਦੋਂ ਤੱਕ ਇੱਥੇ ਡਟੇ ਹੋਏ ਨੇ। ਸੋ ਇਹ ਜੋ ਕੁਲਦੀਪ ਸਿੰਘ ਸੰਧੂ ਜਿਹੜੇ ਨੇ ਪਿਛਲੀ ਵਾਰੀ ਵੀ ਸਾਡੇ ਨਾਲ ਸੀ ਤੇ ਅੱਜ ਤਾਂ ਮਤਲਬ ਪਿਛਲੇ 3 ਦਿਨਾਂ ਤੋਂ ਲਗਾਤਾਰ ਜਿਣਸ ਮੰਡੀ ਸੁੱਟ ਕੇ ਤੇ ਸਾਡੇ ਨਾਲ ਚੱਲਦੇ ਪਏ ਨੇ ਤੇ ਇਹ ਸੰਘਰਸ਼ ਨੂੰ ਸਮਰਪਿਤ ਜਿਹੜੇ ਪਰਿਵਾਰ ਨੇ। ਸੋ ਹੁਣ ਅਸੀਂ ਥੋੜਾ ਜਿਹਾ कुलदीप जी ਦੇ ਨਾਲ ਗੱਲ ਕਰਾਂਗੇ। आप हमें बताते कैसे वो भाई साहब आपके भाई कजन थे ना? हाँ, कजन थे हमारे भरा। देखो जी, वो शुरू से ही बहुत मेहनती आदमी थे, ठीक है, पढ़ाई भी ठीक थे, पर गवर्नमेंट जॉब लगी नहीं तो उन्होंने अपना खेती से ही पालन पोषण शुरू किया था। 4 हमारे बहनें हैं, ठीक है, तो एक बड़ी थी, 3 उनसे छोटी थी, उनकी शादी वादी की, ठीक है जी। फिर मेहनत करते गए हर सामाजिक काम में। कोई भी समाज लेवल का काम होता था वो उसमें सबसे आगे बढ़ चढ़ करके भाग लेते थे। और जब से ये किसान आंदोलन शुरू हुआ था तब से तो वे डेली वहाँ पे धरनों पे जाते, कई बार वहीं भी रुक जाते, फिर परिवार के हिसाब से वापस भी आ जाते। पर उनका एक दिन ऐसा नहीं गया कि जिस दिन वे धरना स्थल पर नहीं गए, डेली जाते थे वे धरना स्थल पे। बिल्कुल ढासा बॉर्डर वाला धरना ਜਿਹੜਾ ਸੰਘ ਜੀ ਸ਼ਾਇਦ ਤੁਹਾਨੂੰ ਯਾਦ ਹੋਏਗਾ, ਉੱਥੇ ਮੈਂ ਖੁਦ ਵੀ ਗਿਆ ਸੀ, ਇੱਕ ਵਾਰੀ ਕਵਰੇਜ ਲਈ ਗਿਆ ਸੀ। ਉੱਥੇ ਇਹਨਾਂ ਨੇ ਵੀਰਾਂ ਨੇ ਮੈਨੂੰ ਬੋਲਣ ਦਾ ਵੀ ਟਾਈਮ ਦਿੱਤਾ ਸੀ। ਪਹਿਲੀ ਵਾਰੀ ਮੈਂ ਹਿੰਦੀ ਦੇ ਵਿੱਚ ਸਪੀਚ ਜਿਹੜੀ ਦਿੱਤੀ ਸੀ ਉਹ ਢਾਸਾ ਬਾਰਡਰ ਦੇ ਉੱਤੇ ਸੀ। ਬੜਾ ਇੱਕ ਜਾਬਤਾ ਇਹਨਾਂ ਦਾ, ਝੱਜਰ ਜ਼ਿਲ੍ਹਾ ਜਿਹੜਾ ਹੈ ਉਹਦੇ ਸਾਰੇ ਕਿਸਾਨਾਂ ਨੇ ਹੀ ਉਹ ਬਾਰਡਰ ਰੋਕਿਆ ਹੋਇਆ। ਸੋ ਮੇਨ ऐसा ही है ना? हाँ, सभी किसानों ने रोका हुआ है वहाँ पे। हमारे जो यूनियन है, जो किसान यूनियन है, स्कंद मोर्चा यूनियन है, राकेश टिकैत जी हैं, वे हमें जाके प्रोत्साहन करते हैं बीच बीच में जाके। पर जो हमारे लोकल गांव के हैं, वहाँ के नियर अबाउट के सभी किसान भाई मिलके उसको रोक रखा उसको। सो बिल्कुल जिद्दां ਆਪਾਂ ਪੰਜਾਬ ਦੇ ਵਿੱਚ ਵੀ ਕਈ ਜਗ੍ਹਾ ਤੇ ਜ਼ਿਲ੍ਹਾ ਲੈਵਲ ਦੇ ਧਰਨੇ ਚੱਲਦੇ ਨੇ ਜਾਂ ਥੋੜੇ ਜਿਹੇ ਉਸ ਤੋਂ ਵੱਡੇ ਲੈਵਲ ਦੇ ਸਮਝ ਲਈਏ। ਸੋ ਢਾਂਸਾ ਬਾਰਡਰ ਇਹ ਵੀ ਇੱਕ ਰੋਡ ਹੈ ਜਿਹੜੀ ਦਿੱਲੀ ਤੋਂ ਬਾਹਰ ਨੂੰ ਨਿਕਲਦੀ ਹੈ, ਜਿਹੜੀ ਰੋਹਤਕ ਨੂੰ ਜਾਂਦੀ ਹੈ। रोहतक को जाती है ना वो रोड, दिल्ली से जो नहीं वो वो रोड को क्या बोलते हैं उसको? वो है जी जज्जर से नजौगढ़ की तरफ रास्ता जाता है, नजौगढ़ की तरफ रास्ता है, वो बॉर्डर लगता है, ढासा बॉर्डर वो लगता है। वो बॉर्डर हमने शुरू से ही रोक रखा, 25 नवंबर से ही हमारे किसान भाई वहाँ पे बैठे हुए, उन्होंने उसको रोक रखा है। सो वो बॉर्डर ਜਿਹੜਾ ਨੇ ਇਹਨਾਂ ਨੇ ਨਫਜ਼ਗੜ੍ਹ ਨੂੰ ਜਿਹੜਾ ਜਾਂਦਾ ਹੈ ਝੱਜਰ ਤੋਂ, ਉਹ ਬਾਰਡਰ ਇਹਨਾਂ ਨੇ ਢੱਕਿਆ ਹੋਇਆ ਤੇ ਲਗਾਤਾਰ ਉਦੋਂ ਤੋਂ ਲੈ ਕੇ ਸਿਰਫ ਲਾਗੇ ਦੇ ਇਲਾਕੇ ਦੇ ਪਿੰਡ ਜਿਹੜੇ ਨੇ ਉਹ ਉਸ ਜ਼ਿਲ੍ਹੇ ਦੇ, ਸੋ ਉਹਨਾਂ ਨੇ ਇਹ ਸਾਰੀ ਕੀਤੀ। ਉੱਥੇ ਅਜੇ ਤੱਕ ਪੂਰਾ ਇਹਨਾਂ ਦਾ ਪਹਿਰਾ ਲਗਾਤਾਰ ਚੱਲਦਾ ਤੇ ਇਹ ਸਾਡੇ ਬੜੇ ਹੀ ਯੋਧੇ, ਮੇਰੀ ਹੁਣੇ ਗੱਲ ਵੀ ਹੋਈ ਹੈ ਝੱਜਰ ਸਾਡੇ ਪਵਨ ਸਿੰਘ ਜੀ, ਪ੍ਰਵੀਨ ਅਹਿਲਾਵਤ ਜੀ ਜਿਹੜੇ ਕਿ ਉੱਥੇ ਸੀਨੀਅਰ ਪੱਤਰਕਾਰ ਨੇ ਸਾਡੇ ਹਰਿਆਣੇ ਦੇ,
ਉਹਨਾਂ ਦੇ ਨਾਲ ਵੀ ਗੱਲ ਹੋਈ ਹੈ। ਸੋ ਇਹ ਕਰਮਵੀਰ ਸਿੰਘ ਜੀ ਲਗਾਤਾਰ ਪਹਿਲੇ ਦਿਨ ਤੋਂ ਹੀ ਲਗਾਤਾਰ ਸੰਘਰਸ਼ ਨਾਲ ਜੁੜੇ ਸਨ ਤੇ ਉੱਥੇ ਹੀ ਬਾਰਡਰ ਦੇ ਉੱਤੇ ਜਿਹੜੀ ਹੈ ਇਹਨਾਂ ਨੂੰ ਤਕਲੀਫ ਆਈ ਜਿਹੜੀ ਹਾर्ट पेन ਦੀ, पर उन्होंने बचाया नहीं जा सकिया। सो कौन से हॉस्पिटल में लेके गए थे? हम उनको जी वहाँ से रावता मोड़ पे है जाफरपुर सरकारी हॉस्पिटल है वो, वहीं तक पहुँचे थे हम। फिर वहाँ जैसे डॉक्टरों ने हमारी हेल्प की, जो ट्रीटमेंट होता है वो उनको दिया। फिर 10-20 मिनट के बाद उन्होंने उनको डिक्लेयर कर दिया कि जी अब इनकी तो डेथ हो गई। सो उन्होंने दी विछोड़ा देखो बड़ा भारी हुंदा है परिवार दे वास्ते ਤੇ ਉਹਨਾਂ ਦੇ ਧਰਮ ਪਤਨੀ ਨੇ, ਉਹਨਾਂ ਨਾਲ ਆਪਾਂ ਥੋੜੀ ਗੱਲ ਕਰਦੇ हैं। सुबेन जी आपका नाम जी? गुड्डी है जी। तो आप भी जाते थे डासा बॉर्डर पे? नहीं जी, कभी कभी जाते थे उनके साथ। हाँ जी। तो कैसा उनका स्वभाव में कैसा था संघर्ष के लिए? जैसे बताया जा रहा है कि उनका तो बहुत ज्यादा था जी। अच्छा जी। वो घर पे कम काम करते थे, बॉर्डर पे ज्यादा जाते थे। अच्छा जी। हाँ जी। तो और बच्चे आपके कितनी उम्र के हैं? 25 साल का है, 27 साल का बड़ा है जी, 25 साल का छोटा है। अच्छा जी। तो शादी हो गई दोनों की? हाँ जी, दोनों की शादी हो रही। अच्छा जी। हाँ जी। तो खेती में कितने आपकी है वो पहली कितनी है? 1.5 किला है जी। 1.5 किला। हाँ जी। तो दोनों वो जॉब करते हैं? हाँ जी, दोनों जॉब करते हैं, एक सरकारी है जी, एक प्राइवेट है। ठीक है। सो दोनों बच्चे ਇਹਨਾਂ ਦੇ ਜਿਹੜੇ ਜੌਬ ਕਰਦੇ, ਇੱਕ ਤਾਂ ਫੌਜ ਦੇ ਵਿੱਚ ਨੇ ਤੇ ਦੂਸਰੇ ਜਿਹੜੇ ਨੇ ਉਹ ਪ੍ਰਾਈਵੇਟ ਸਿਕਿਉਰਿਟੀ ਦੇ ਵਿੱਚ ਨੇ। ਸੋ ਦੋਨੋਂ ਜੌਬ ਕਰਦੇ ਨੇ, ਪਰ ਪਰਿਵਾਰ ਨੂੰ ਜਿਹੜਾ ਘਾਟਾ ਪਿਆ ਮੈਂ ਸਮਝਦਾ ਬੜਾ ਵੱਡਾ ਹੁੰਦਾ। ਸੋ ਸਾਡੇ ਭੈਣ ਜੀ ਉਹਨਾਂ ਨੂੰ ਇਹ ਸਤਿਕਾਰ ਸਹਿਤ ਜਿਹੜੀ 1 ਲੱਖ ਰੁਪਏ ਦੀ ਜਿਹੜੀ ਸਨਮਾਨ ਰਾਸ਼ੀ ਉਹ ਭੇਟ ਕੀਤੀ ਗਈ ਹੈ। ਹਾਂਜੀ ਜੀ। ਹਾਂਜੀ। ਸੋ ਉਹਨਾਂ ਦੇ ਪਰਿਵਾਰ ਚੋਂ ਦਾਦਾ ਜੀ ਨੇ। ਹਾਂਜੀ ਓਏ अपना काम छोड़ के भी धरने पर जरूर जाया करता हूँ। अच्छा जी। मुझे भी धरने पर जाना अपना काम से बेशक रह जाए, इस चीज का जुनून इसमें बहुत ही जबरदस्त। अच्छा जी। और यही मतलब है जमींदार किसानों का देख के उसका दिल लेना ही। अब वो कभी क्या नहीं, अच्छा। सारी आनंद लो अपना छोड़ दिया, वहाँ धरने पर गया सारी। ਸੋ ਬਿਲਕੁਲ ਇੰਨੇ ਜਜ਼ਬੇ ਵਾਲੇ ਵੇਖੋ 1.5 ਕਿੱਲਾ ਜ਼ਮੀਨ ਆਪਾਂ ਸਾਰੇ ਪਰਿਵਾਰਾਂ 'ਚ ਗਏ ਆ। ਮੈਨੂੰ ਲੱਗਦਾ ਕਿ ਸਭ ਤੋਂ ਵੱਧ ਜਿਹੜੀ ਸੀ ਸ਼ਾਇਦ 5 ਕਿੱਲੇ ਸੀ ਇੱਕ ਦੀ, ਬਾਕੀ 4 ਕਿੱਲੇ 3 ਪੌਣੇ 3 2.5 1.5 ਇੰਨੀ ਕੁ ਜ਼ਮੀਨ ਵਾਲੇ ਜਿਹੜੇ ਜੁਝਾਰੂ ਕਿਸਾਨ ਨੇ ਜਿਨ੍ਹਾਂ ਦਾ ਆਪਾਂ ਇਹ ਸਾਰਾ ਦੇਖਿਆ। ਪਰ ਇਹਨਾਂ ਦਾ ਜਜ਼ਬਾ ਦੇਖੋ ਕਿੰਨਾ ਵੱਡਾ ਹੈ ਕਿ ਬਹੁਤ ਵੱਡਾ। ਹਾਂਜੀ ਮਲਕੀਤ ਸਿੰਘ ਜੀ, ਤੁਸੀਂ ਵੀ ਸਾਡੇ ਨਾਲ 3 ਦਿਨਾਂ ਤੋਂ ਲਗਾਤਾਰ ਚੱਲਦੇ ਪਏ ਹੋ। ਇਹ ਵੀ ਇੱਕ ਬੜਾ ਜੁਝਾਰੂ ਤੇ ਥੋੜੀ ਜ਼ਮੀਨ ਵਾਲਾ ਪਰਿਵਾਰ ਸੀ, ਪਰ ਬੜੇ ਜਜ਼ਬੇ ਨਾਲ ਉਹਨਾਂ ਨੇ ਸੰਘਰਸ਼ ਲੜਿਆ। जितने भी किसान शहीद हुए हैं, जमीन सब पे ऐसी थी, कोई 2 किले 2.5 किले 3 किले 5 से नीचे हैं सब, और जज्बा उनका सबसे ज़्यादा है। आपने भी हमारे साथ चल रहे हैं, देखा है। तो बड़ा किसान तो इतना जज्बा दिखा रहा है जितना छोटे किसान इसमें रिस्क ले रहे हैं और न मरने से डर रहे हैं, दिन रात एक किए हुआ है। इसलिए इन किसानों की जो शहादत है ये खाली तो नहीं जाएगी, इसको सदा याद किया जाएगा, सदा इनको नमन किया जाएगा। और दूसरा, आप जो इतनी दूर से यूके से हमारे यहाँ बीच में आके हमारे किसान भाइयों की जो शहीद हुए उनकी आर्थिक मदद कर रहे हैं, आपका उससे भी बहुत बड़ा धन्यवाद है। आपके लिए शब्द नहीं हमारे पास भी, हम कैसे धन्यवाद करें जो इतनी दूर से हमारी सहायता के लिए यहाँ पे पहुँचे। बहुत बहुत आपका धन्यवाद। ਸੋ ਬਿਲਕੁਲ ਜੀ, ਅਸਲ 'ਚ ਸੰਗਤ ਜੀ ਧੰਨਵਾਦ ਇਹ ਸਾਰਾ ਤੁਹਾਡਾ ਹੈ ਕਿ ਤੁਸੀਂ ਸਾਨੂੰ ਇਹ ਸੇਵਾ ਦਿੱਤੀ ਹੈ ਤੇ ਤੁਸੀਂ ਆਪਣਾ ਮਿਹਨਤ ਦਾ ਤਿਲ ਫੁੱਲ ਜਿਹੜਾ ਦਸਵੰਧ ਭੇਟ ਕਰਦੇ ਹੋ ਉਹ ਇਕੱਤਰ ਹੋ ਕੇ ਇੱਥੇ ਅਸੀਂ ਇਹਨਾਂ ਪਰਿਵਾਰਾਂ ਤੱਕ ਪਹੁੰਚਾ ਪਾ ਰਹੇ ਹਾਂ। ਬੜੇ ਹੀ ਔਖੇ ਹਾਲਾਤਾਂ ਦੇ ਵਿੱਚ ਸਾਰਾ ਕੁਝ ਇੱਥੇ ਚੱਲਦਾ ਪਿਆ। ਹੁਣ ਬਾਰਿਸ਼ ਹੋ ਰਹੀ ਹੈ, ਦਿਨੇ ਹਨੇਰੀ ਆਈ ਸੀ, ਪਰ ਫਿਰ ਵੀ ਹੌਸਲੇ ਬੁਲੰਦ ਨੇ। ਦੇਖੋ ਅਸੀਂ ਹੁਣ ਇਸ ਵਕਤ ਇੱਥੇ ਪਹੁੰਚੇ ਹੋਏ ਹਾਂ ਤੇ ਸਾਰੇ ਪਾਸੇ ਜਿਹੜੇ ਮੋਰਚਿਆਂ ਨੂੰ ਡਟੇ ਹੋਏ ਨੇ ਲੋਕ। ਸੋ ਕੁਲਦੀਪ ਸੰਧੂ ਜੀ, ਕਣਕ ਮੰਡੀ 'ਚ ਸੁੱਟ ਕੇ ਉਦੋਂ ਦੇ ਸਾਡੇ ਨਾਲ ਚੱਲਦੇ ਪਏ ਹੋ, ਇਹ ਟੈਨਸ਼ਨ ਜੀ ਨਹੀਂ ਹੁੰਦੀ ਵੀ ਪਿੱਛੇ ਕੌਣ ਸੰਭੂਗਾ? नहीं, टेंशन तो कोई है नहीं, कोई टेंशन नहीं है। और भी चलो हो जाओ, अपने आप हो जाओ काम। अच्छा। लेकिन जो काम इन वाला ना शहीद परिवार वाला, इन्हें अपनी साथ दे दी, जान दे दी, ते कणक दी की कीमत है कुछ कहना है, ठीक है ना। ते आपां नूं पहला आ काम है, बाद खेती वाला काम है। ते आपां ना धन्नवाद करदे सवेर दे बैठे 10 बजे ते, लेकिन फिर भी चलो बैठे ने है नहीं।
ਤੇ ਸਭ ਤੋਂ ਜ਼ਿਆਦਾ ਧੰਨਵਾਦ ਆਪਾਂ ਸਰਦਾਰ ਰਣਧੀਰ ਸਿੰਘ ਜੀ ਯੂਕੇ ਵਾਲੇ, ਆਪਣੇ ਪ੍ਰਧਾਨ ਮਲਕੀਤ ਸਿੰਘ ਜੀ ਤੇ ਆਪ ਹੋ ਗਏ, ਠੀਕ ਹੈ, ਜਿੰਨੀ ਵੀ ਟੀਮ ਭਾਰਤ ਦੇ ਕਿਸਾਨ ਯੂਨੀਅਨ ਝੜੂਨੇ ਤੇ ਚਲੀ ਹੋਈ ਹੈ ਇੱਕ ਸਾਡੇ ਵੀਰ ਉਹਨਾਂ ਦਾ ਔਰ ਰਾਮ ਸਿੰਘ ਜੀ ਰਾਮ ਸਿੰਘ ਜੀ ਵੀ ਸਾਡੇ ਨਾਲ ਪਰਸੋਂ ਦੇ ਚੱਲਦੇ ਪਏ ਨੇ ਜੀ। ਥੋੜਾ ਲਾਗੇ ਆ ਜਾਓ ਰਾਮ ਸਿੰਘ ਜੀ। ਇਹ ਸਾਡੇ ਇੱਕ ਗੱਡੀ ਇਹਨਾਂ ਨੇ 3 ਦਿਨ ਇਹਨਾਂ ਡਰਾਈਵ ਕੀਤੀ, ਇੱਕ ਇਹਨਾਂ ਨੇ ਡਰਾਈਵ ਕੀਤੀ ਆ। ਸੋ ਅਸੀਂ ਲਗਾਤਾਰ ਅੰਬਾਲਾ ਤੋਂ ਸ਼ੁਰੂ ਹੋ ਕੇ ਨਾ ਪੰਜੋਖਰਾ ਸਾਹਿਬ ਮੱਥਾ ਟੇਕ ਕੇ ਉੱਥੋਂ ਆਰੰਭ ਹੋਏ ਸੀਗੇ ਤੇ ਚੱਲਦੇ ਮੈਨੂੰ ਲੱਗਦਾ ਸਾਰੇ ਹਰਿਆਣੇ ਦੇ ਵੱਖ-ਵੱਖ ਪਿੰਡਾਂ ਚੋਂ ਜਿੱਥੇ ਵੀ ਸ਼ਹੀਦ ਹੋਏ ਉੱਥੋਂ ਹੁਣ ਵੀ ਇੱਥੇ ਪਹੁੰਚੇ। 2 ਪਰਿਵਾਰ ਜਮਨਾ ਨਗਰ ਤੇ, ਹਾਂਜੀ, ਤੇ ਕੁਝ ਕਰਨਾਲ ਦੇ, ਹਾਂਜੀ, ਤੇ 3 ਰੋਹਤਕ ਦੇ, 3 ਜੀਂਦ ਦੇ, ਪਾਣੀਪਤ, ਮਤਲਬ ਸਾਰਾ ਹੀ ਹੋ ਗਿਆ ਹੁਣ ਝੱਜਰ ਉਹ ਸਾਰਾ ਹੀ ਵਾਲੇ ਪਾਸੇ ਤਾਂ ਪੰਜਾਬ ਦਾ ਬਾਰਡਰ ਫੇਰ ਲੱਗ ਗਿਆ ਸੀ ਜਾ ਕੇ। ਹਾਂਜੀ ਸਾਰੇ ਈਵਨ ਕਿ ਅਸੀਂ ਜਿਹੜਾ ਯੂ ਟਰਨ ਲਿਆ ਸੀ ਉਹ ਪੰਜਾਬ ਚੋਂ ਜਾ ਕੇ ਲੈ ਕੇ ਤੇ ਫਿਰ ਹਰਿਆਣੇ ਚ ਆਏ ਸੀ ਬਿਲਕੁਲ ਜਦੋਂ ਅਸੀਂ। ਅੱਜ ਹੈ ਨਹੀਂ ਆਪਣੇ ਨਾਲ ਹਾਂਜੀ ਬਲਜਿੰਦਰ ਚੜਿਆੜਾ, ਬਲਜਿੰਦਰ ਸਿੰਘ ਜੀ, ਉਹਨਾਂ ਦਾ ਵੀ ਬੜਾ ਯੋਗਦਾਨ ਹੈ, ਠੀਕ ਹੈ ਨਾ ਜੀ। ਤੇ ਸਾਰੇ ਰਲ ਮਿਲ ਕੇ ਕੰਮ ਕਰ ਰਹੇ ਆ, ਉਹਨਾਂ ਨੂੰ ਅੱਜ ਹੋਰ ਜਿਵੇਂ ਸੀਗੇ ਸਾਰੇ ਸਿਹਤ ਵੀ ਖਰਾਬ ਸੀ। ਵੇਖੋ ਸਿਹਤ ਇਦਾਂ ਹੀ ਚੱਲਣ ਡਈ ਆ, ਮੇਰੀ ਵੀ ਕੁਝ ਢਿੱਲੀ ਆ, ਭਾਈ ਸਾਹਿਬ ਦੀ ਢਿੱਲੀ ਆ। ਭਾਈ ਬਲਜਿੰਦਰ ਸਿੰਘ ਉਹਨਾਂ ਦੀ ਸਿਹਤ ਜ਼ਿਆਦਾ ਥੋੜੀ ਜਿਹੀ ਪੇਟ ਦੀ ਪ੍ਰੋਬਲਮ ਆਈ ਸੀ, ਉਹਦੇ ਕਰਕੇ ਫਿਰ ਅੱਜ ਉਹ ਸਾਡੇ ਨਾਲ ਨਹੀਂ ਸਾਰਾ ਸਮਾਂ ਦੇ ਪਾਏ, ਪਰ ਉਹ ਲਗਾਤਾਰ ਜਿਹੜੇ ਸੀਗੇ ਸਾਡੇ ਨਾਲ ਚੱਲਦੇ ਪਏ। ਤੇ ਆਪਾਂ ਸਮਝ ਸਕਦੇ ਹਾਂ ਕਿ ਇਹ ਬੜੇ ਜਗਦੀਆਂ ਜ਼ਮੀਰਾਂ ਵਾਲਿਆਂ ਦਾ ਸੰਘਰਸ਼ ਹੈ। ਉਹ ਫਿਰ ਚੱਲਣਾ ਤੇ ਚੱਲ ਹੀ ਪੈਣਾ, ਫਿਰ ਬਾਕੀ ਕਈ ਗੱਲਾਂ ਪਿੱਛੇ ਰਹਿ ਜਾਂਦੀਆਂ। ਜਿਨ੍ਹਾਂ ਪਰਿਵਾਰਾਂ ਦੀ ਅਸੀਂ ਤੁਹਾਡੇ ਨਾਲ ਸਾਰੀ ਸਾਂਝ ਪਾਈ ਉਹ ਵੀ ਸਾਰੇ ਜਗਦੀਆਂ ਜ਼ਮੀਰਾਂ ਵਾਲੇ ਸੀ, ਉਹਨਾਂ ਦੀ ਜ਼ਿੰਦਗੀ ਲੇਖੇ ਲੱਗੀ ਹੈ, ਪਰ ਉਹਨਾਂ ਦਾ ਅਸੀਂ ਉਹ ਦੇਣ ਤਾਂ ਪਰਿਵਾਰਾਂ ਦਾ ਨਹੀਂ ਦੇ ਸਕਦੇ, ਪਰ ਉਹਨਾਂ ਦੇ ਨਾਲ ਖੜੇ ਹਾਂ। 1 ਲੱਖ ਰੁਪਏ ਦੀ ਜਿਹੜੀ ਮਾਇਕ ਸਹਾਇਤਾ ਇਹਨਾਂ ਸਾਰੇ ਪਰਿਵਾਰਾਂ ਤੱਕ ਪਹੁੰਚਾ ਪਾਏ। ਸੋ ਭਾਈ ਰਣਧੀਰ ਸਿੰਘ ਜੀ, ਮੈਂ ਸਮਝਦਾ ਕਿ ਕਾਫੀ ਵੱਡਾ ਕਾਰਜ, ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਤੱਕ ਦੀ ਜਿਹੜਾ ਆਪਣੇ ਕੋਲ ਹਰਿਆਣੇ ਦੀ ਲਿਸਟ ਸੀ ਸ਼ਾਇਦ ਉਹ ਸੰਪੂਰਨ ਹੋ ਗਈ ਹੈ। ਹਾਂਜੀ ਸੰਧੂ ਸਾਹਿਬ, ਨਹੀਂ ਜੀ ਇੱਕ ਰਹਿੰਦੇ, ਕੋਈ ਇੱਕ ਹੋਰ ਰਹਿ ਗਿਆ। ਹਾਂਜੀ ਲਗਭਗ ਮਤਲਬ ਹਰਿਆਣੇ ਦੇ ਸ਼ਹੀਦ ਪਰਿਵਾਰਾਂ ਤੱਕ ਅਸੀਂ ਸੇਵਾ ਪਹੁੰਚਾ ਪਾਏ। ਭਾਈ ਸਾਹਿਬ ਜੀ ਆਪਾਂ 3 ਦਿਨਾਂ ਵਿੱਚ 15 ਪਰਿਵਾਰਾਂ ਦੇ ਨਾਲ ਆਪਾਂ ਸੇਵਾ ਪਹੁੰਚਾਈ ਹੈ, ਪਰ ਇੱਕ ਪਰਿਵਾਰ ਰਹਿ ਗਿਆ ਹੈ, ਉਹ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਡਿਟੇਲ ਲੈਣ ਦੀ। ਜੀ ਜੀ, ਉਹ ਨੌਜਵਾਨ ਸੀ ਜੀ, ਬਹੁਤ ਹੀ ਘੱਟ ਉਮਰ ਦਾ, ਜਿਸਨੇ ਬਹੁਤ ਹੀ ਸਪੈਸ਼ਲ ਇਮੋਸ਼ਨਲ ਨੋਟ ਲਿਖਿਆ ਸੀ ਆਪਣੇ ਸੁਸਾਈਡ ਤੋਂ ਪਹਿਲਾਂ, ਔਰ ਉਸਨੇ ਦਰਖਤ ਦੇ ਨਾਲ ਲਟਕ ਕੇ ਆਪਣੀ ਜਾਨ ਦਿੱਤੀ ਸੀ। ਉਸ ਪਰਿਵਾਰ ਵਾਸਤੇ ਕੁਝ ਸਪੈਸ਼ਲ ਵੀ ਬਾਹਰ ਤੋਂ ਸੰਗਤਾਂ ਦੀ ਰਿਕੁਐਸਟ ਸੀ ਕਿ ਉਹਨਾਂ ਦੇ ਘਰ ਤੁਸੀਂ ਜਾਣਾ ਜ਼ਰੂਰ। ਰੂਟੀਨ ਵਿੱਚ ਤਾਂ ਆਪਾਂ ਜਾਣਾ ਹੀ ਸੀ, ਪਰ ਉਹ ਹੱਲੇ ਰਹਿ ਗਏ ਨੇ, ਸੋ ਉਹਨਾਂ ਦੇ ਜਾਇਆ ਜਾਵੇਗਾ। ਸੋ ਇਹ ਜੋ ਹਰਿਆਣੇ ਦੀ ਜੋ ਕਿਸਾਨ ਨੇ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਆਪਾਂ ਚਾਹੁੰਦੇ ਸੀ ਕਿ ਹਰਿਆਣੇ ਦਾ ਕੋਈ ਵੀ ਕਿਸਾਨ ਨਾ ਰਹੇ। ਸੋ ਜਿਹੜਾ ਇੱਕ ਰਹਿ ਗਿਆ ਹੈ ਉੱਥੇ ਵੀ ਆਪਾਂ ਜਾਵਾਂਗੇ, ਉਹਨਾਂ ਦਾ ਵੀ ਅਸੀਂ ਕੋਸ਼ਿਸ਼ ਕਰਦੇ ਪਏ, ਉਹਨਾਂ ਦਾ ਪੂਰਾ ਵੇਅਰ ਅਬਾਊਟ ਸਾਨੂੰ ਮਿਲ ਸਕੇ। ਤੇ ਭੈਣ ਜੀ ਹੋਰਾਂ ਕੋਲੋਂ ਸਾਰੇ ਅਸੀਂ ਮਾਫੀ ਵੀ ਚਾਹੁੰਦੇ ਹਾਂ, ਕਿਉਂਕਿ ਇਹਨਾਂ ਨੂੰ ਅਸੀਂ ਦਿਨ ਦਾ ਟਾਈਮ ਦਿੱਤਾ ਸੀ, ਪਰ ਇਹਨਾਂ ਨੂੰ ਬਹੁਤ ਇੰਤਜ਼ਾਰ ਕਰਨਾ ਪਿਆ। ਸੋ ਅਸੀਂ ਇਹਨਾਂ ਕੋਈ ਇਸ ਗੱਲ ਦੀ ਖਿਮਾ ਵੀ ਮੰਗਦੇ ਹਾਂ। ਸੋ ਸੰਗਤ ਜੀ, UK ਯੂਰਪ ਦੀਆਂ ਸੰਗਤਾਂ, ਆਪ ਸਭ ਜੋ ਇਸ ਵਕਤ ਸਾਨੂੰ ਸੁਣ ਰਹੇ ਹੋ, ਦੇਖ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਡੇ ਨਾਲ ਇੰਨੇ ਵੱਡੇ ਪੱਧਰ ਤੇ ਖੜੇ ਹੋ। ਕਿ ਜਦੋਂ ਅਸੀਂ ਗੱਲ ਕੀਤੀ ਸੀ, ਸ਼ੁਰੂਆਤ ਕੀਤੀ ਸੀ, ਉਦੋਂ ਕਰੀਬ 30 ਦੇ ਕਰੀਬ ਕਿਸਾਨ ਸ਼ਹੀਦ ਹੋਏ ਸਨ, ਤੇ ਹੁਣ ਜੋ ਹੈ ਉਹ 350 ਦੇ ਕਰੀਬ ਕਿਸਾਨ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਲੇਖੇ ਲੱਗ ਚੁੱਕੀ ਹੈ, ਪਰ ਤੁਹਾਡਾ ਸਹਿਯੋਗ ਉਹਨਾਂ ਹੀ ਚੱਲਦਾ ਪਿਆ। ਹਾਂਜੀ ਪੈਸਾ 90 ਪਰਿਵਾਰਾਂ ਦੀ ਸੇਵਾ ਜਿਹੜੀ ਸੀ ਸੰਗਤਾਂ ਦੀ ਦਿੱਤੀ ਹੋਈ ਉਹ ਪਹੁੰਚਾ ਦਿੱਤੀ ਗਈ ਹੈ। ਸੋ ਬਾਕੀ ਇਸੇ ਤਰ੍ਹਾਂ ਹੀ ਇਹ ਸੇਵਾ ਜਾਰੀ ਰਹੂਗੀ। ਯੂਪੀ ਦੇ ਨੈਕਸਟ ਯੂਪੀ ਅਤੇ ਉੱਤਰਾਖੰਡ ਤੇ ਰਾਜਸਥਾਨ ਨੂੰ ਕਵਰ ਕੀਤਾ ਜਾਊਗਾ, ਉਸ ਤੋਂ ਬਾਅਦ ਫਿਰ ਪੰਜਾਬ ਵੱਲ ਨੂੰ ਸੋ ਬਿਲਕੁਲ ਮੈਂ ਸ਼ੁਰੂ ਕੀਤਾ ਜਾਊਗਾ। 90 ਦੇ ਜਿਹੜੀ ਰਾਉਂਡ ਫਿਗਰ ਉਸ ਅਸੀਂ ਅੱਜ ਪੂਰੀ ਕਰ ਪਾਏ ਆ। ਵਿੱਚੋਂ ਥੋੜੇ ਦਿਨ ਸਾਨੂੰ ਬ੍ਰੇਕ ਲੈਣੀ ਪਈ ਸੀ। ਉਹ ਵੀ ਔਖਾ ਸੀ, ਸੌਖਾ ਨਹੀਂ ਸੀ, ਪਰ ਜਿਹੜੀ ਆ ਗਰਮੀ ਆ ਸਾਡੇ ਲਈ, ਅਸੀਂ ਹੁਣ ਆਏ ਆ। ਮੱਛਰ ਹੈ ਹੁਣ 1.5 ਘੰਟੇ ਸਾਨੂੰ ਮੱਤ ਦੇ ਦਿੱਤੀ ਹੈ। ਤੇ ਇਸ ਦੇ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਜਿਗਰਾ ਹੈ। ਇੱਥੇ ਬੈਠੇ ਨੇ ਮਹਾਰਾਜ, ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ, ਘਰਾਂ ਨੂੰ, ਮੋਰਚੇ ਨੂੰ ਫਤਿਹ ਕਰਕੇ ਵਾਪਸ ਜਾਣ। ਇਸੇ ਤਰ੍ਹਾਂ ਹੀ ਸੰਗਤਾਂ ਨੇ ਜੋ ਪਹਿਲਾਂ ਸਹਿਯੋਗ ਦਿੱਤਾ ਹੈ, ਮੇਰੀ ਬੇਨਤੀ ਹੈ
ਵੀ ਜਿੱਥੇ ਜਿੱਥੇ ਵੀ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਸੇਵਾ ਪਹੁੰਚਾਈ ਆ, ਪਹਿਲਾਂ ਐਤਕੀ ਸੰਘਰਸ਼ ਦੇ ਵਿੱਚ ਸਭ ਤੋਂ ਵਧੀਆ ਇਹ ਕਾਰਜ ਹੋਇਆ ਕਿ NGO ਦੇ ਨਾਲੋਂ ਜਿਹੜੀਆਂ ਸੰਸਥਾਵਾਂ ਸੇਵਾ ਕਰਦੀਆਂ ਉਹਦੇ ਨਾਲੋਂ ਜ਼ਿਆਦਾ ਸੇਵਾ ਤੇ ਵਧੀਆ ਕਾਰਜ ਕੀਤਾ NRI ਭਰਾਵਾਂ ਨੇ ਕਿ ਉਹਨਾਂ ਨੇ ਆਪਣੇ ਪਿੰਡਾਂ ਦੇ ਵਿੱਚ ਸੇਵਾ ਭੇਜੀ ਹੈ। ਔਰ ਉਹ ਪਿੰਡਾਂ ਵਾਲਿਆਂ ਨੂੰ ਬਹੁਤ ਉਹਦਾ ਉਤਸ਼ਾਹ ਮਿਲਿਆ। ਉਹ ਟਰਾਲੀਆਂ ਵੀ ਲੈ ਕੇ ਆਏ, ਨਾਲ ਲੰਗਰ ਵੀ ਚਲਾਏ, ਨਾਲ ਸੇਵਾ ਵੀ ਕੀਤੀ। ਪਰ ਮੈਂ ਬੇਨਤੀ ਕਰਾਂਗਾ ਵੀ ਇਹ ਜੋ ਸੰਘਰਸ਼ ਹੈ, ਜਿੱਦਾਂ ਜਿੱਦਾਂ ਸਮਾਂ ਪਈ ਜਾ ਰਿਹਾ ਉੱਦਾਂ ਸੰਘਰਸ਼ ਤਕੜਾ ਹੋ ਰਿਹਾ। ਪਰ ਮੇਰੀ NRI ਸਾਰੇ ਭਰਾਵਾਂ ਨੂੰ, ਵੀਰਾਂ ਨੂੰ ਬੇਨਤੀ ਆ ਕਿ ਜਿਸ ਵੀ ਤਰੀਕੇ ਨਾਲ ਜਿਸ ਵੀ ਸੰਸਥਾ ਦੇ ਰਾਹੀਂ ਤੁਸੀਂ ਪਹਿਲਾਂ ਸੇਵਾਵਾਂ ਕੀਤੀਆਂ ਆ, ਉਹਨੂੰ ਢਿੱਲਾ ਨਾ ਪੈਣ ਦਿਓ। ਉਸੇ ਤਰ੍ਹਾਂ ਜਦ ਤੱਕ ਇਹ ਸੰਘਰਸ਼ ਚੱਲਦਾ ਆ, ਜਿਸ ਵੀ ਤਰੀਕੇ ਨਾਲ ਤੁਸੀਂ ਪਹਿਲਾਂ ਕੀਤੀ, ਜੇ ਤੁਹਾਨੂੰ ਹੋਰ ਵੀ ਕੋਈ ਬੈਟਰ ਲੱਗਦਾ ਤੇ ਇਸ ਸੰਘਰਸ਼ ਦੇ ਵਿੱਚ ਆਪਣੀ ਮਦਦ ਭੇਜਣੀ ਨਾ ਭੁੱਲਿਓ। ਬਿਲਕੁਲ। ਕਿਉਂਕਿ ਹੁਣ ਕਹਿੰਦੇ ਹੁੰਦੇ ਆ ਜੇ ਮਗਰੋਂ ਜਦੋਂ ਵੀ ਕੋਈ ਫੌਜਾਂ ਹਰਦੀਆਂ ਤੇ ਉਹ ਸਪਲਾਈ ਲਾਈਨ ਨਹੀਂ ਚਾਹੀਦੀ। ਸਾਡੀ ਸਪਲਾਈ ਲਾਈਨ ਉਦੋਂ ਕਿਸਾਨਾਂ ਦਾ ਇੱਕ ਇਹ ਯੁੱਧ ਹੈ ਸਰਕਾਰ ਦੇ ਨਾਲ, ਜਿਹੜਾ ਡੈਮੋਕ੍ਰੈਟਿਕ ਵੇ ਦੇ ਨਾਲ ਇਹ ਲੜ ਰਹੇ ਆ। ਔਰ ਇਸ ਨੂੰ ਬਹੁਤ ਵੱਡੀ ਮਦਦ ਦੀ ਲੋੜ ਆ। ਫਾਈਨੈਂਸ਼ੀਅਲੀ ਮਦਦ ਤੋਂ ਬਿਨਾਂ ਕੁਝ ਨਹੀਂ ਹੁੰਦਾ। ਸੋ ਜਿੱਥੇ ਵੀ ਤੁਸੀਂ ਪਹਿਲਾਂ ਸੇਵਾਵਾਂ ਪਾਈਆਂ, ਉੱਥੇ ਦੁਬਾਰਾ ਫਿਰ ਤੁਸੀਂ ਜਿੱਥੇ ਤੁਹਾਨੂੰ ਲੱਗਦਾ ਆ, ਇਹਨੂੰ ਪਿੱਛੇ ਨਾ ਪਿਓ। ਇਹ ਨਾ ਫੀਲ ਕਰਨ ਕਿ ਉਦੋਂ ਤੱਤੇ ਘਾਤ ਸਾਡੇ ਨਾਲ ਸਾਰੇ ਸੀ ਤਾਂ ਹੁਣ ਠੰਡੇ ਪੈ ਗਏ ਸਾਰੇ। ਸੋ ਮੇਰੀ ਇਹ ਬੇਨਤੀ ਆ, ਮੈਂ ਨਹੀਂ ਕਹਿੰਦਾ ਸੰਗਤ TV ਰਾਹੀਂ ਹੀ ਸਾਰਾ ਸੇਵਾ ਕਰੋ। ਇੱਥੇ ਜੋ ਤੁਸੀਂ ਇੱਥੇ ਦਿੰਦੇ ਹੋ ਅਸੀਂ ਇੱਥੇ ਪਹੁੰਚਾਈ ਜਾਂਦੇ ਹਾਂ। ਬਾਕੀ ਸੰਪਰਦਾਵਾਂ ਵੀ, ਸੰਸਥਾਵਾਂ ਵੀ ਲੱਗੀਆਂ ਹੋਈਆਂ, ਪਿੰਡਾਂ ਦੀਆਂ ਪੰਚਾਇਤਾਂ ਨੂੰ ਜਿੱਥੇ ਤੁਸੀਂ ਮਾਇਆ ਭੇਜੀ ਆ, ਤੁਸੀਂ ਪਿੰਡਾਂ ਦੀਆਂ ਨੌਜਵਾਨ ਸਭਾਵਾਂ ਨੂੰ ਪੈਸੇ ਭੇਜੇ ਆ ਪਿੰਡਾਂ ਵਾਲਿਆਂ ਨੇ, ਉਹਨਾਂ ਨੂੰ ਬਹੁਤ ਉਹਦਾ ਉਤਸ਼ਾਹ ਮਿਲਿਆ ਸੀ। ਹਾਲੇ ਤੱਕ ਉਹ ਪਿੰਡਾਂ ਵਿੱਚੋਂ ਦੁੱਧ, ਰਸ, ਪਾਣੀ ਸਾਰਾ ਭੇਜ ਰਹੇ ਆ। ਔਰ ਹਰਿਆਣੇ ਵਿੱਚ ਅਸੀਂ ਦੇਖਿਆ ਕਿ ਕਣਕ ਤਾਂ ਤਕਰੀਬਨ 80% ਕੱਟੀ ਗਈ ਹੈ ਤੇ ਰਮੰਡੀਆਂ ਵਿੱਚ ਚਲੇ ਗਈ ਹੈ, ਤੇ ਹੋਰ 5-4 ਦਿਨ ਵਿੱਚ ਹਰਿਆਣੇ ਦੀ ਸਾਰੀ ਕਟਾਈ ਮੁਕੰਮਲ ਆ। ਪੰਜਾਬ ਦੀ ਵੀ ਜਿਹੜੀ ਕਟਾਈ ਸੀਗੀ ਉਹ ਸ਼ੁਰੂ ਆ। 25-30% ਉੱਥੇ ਕੱਟੀ ਗਈ ਹੈ, 75% ਰਹਿੰਦੀ ਹੈ। ਅੱਜ ਥੋੜ੍ਹਾ ਜਿਹਾ ਮੌਸਮ ਵਿਗੜਿਆ ਸੀ ਤੇ ਦੇਖੋ ਕਿਸਾਨ ਦੀ ਕੈਸੀ ਇਹ ਕਮਾਈ ਹੈ। ਉਹ ਪੱਕੀ ਫਸਲ ਦੇ ਉੱਤੇ ਵੀ ਉਸ ਨੂੰ ਪਤਾ ਨਹੀਂ ਹੁੰਦਾ ਕਿ ਮੇਰੇ ਘਰ ਆਉਣੀ ਹੈ ਕਿ ਨਹੀਂ ਆਉਣੀ। ਇਹ ਸਰਕਾਰਾਂ ਉਹਨਾਂ ਦੇ ਨਾਲ ਹੋਰ ਨਵੇਂ ਖੇਡ ਖੇਡਦੀਆਂ। ਸੋ ਸਰਕਾਰਾਂ ਨੂੰ ਕਿਸਾਨਾਂ ਨਾਲ ਇੱਦਾਂ ਦੇ ਵਰਤਾਵੇ ਚੰਗੇ ਨਹੀਂ। ਕਿਸਾਨਾਂ ਦੇ ਨਾਲ ਹਮਦਰਦੀ ਵਿੱਚ ਉਹਨਾਂ ਦੀ ਗੱਲ ਨੂੰ ਸੁਣਨਾ ਚਾਹੀਦਾ ਸਰਕਾਰ ਨੂੰ। ਔਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਆ। ਇਹਨਾਂ ਨੂੰ ਜਿੰਨੀ ਜਲਦੀ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੂੰ ਮੰਨ ਲੈਣ ਔਰ ਕਿਸਾਨ ਜਿਹੜਾ ਹੈ ਆਪਣੇ ਘਰ ਜਾਵੇ ਤੇ ਆਪਣੇ ਬੱਚਿਆਂ ਵਿੱਚ ਜਾਵੇ। ਕਿੰਨੀਆਂ ਜਾਨਾਂ ਚਲੇ ਗਈਆਂ ਉਹ ਦੇਖੋ। ਇਹ ਜਿਹੜੀ ਉਹਨਾਂ ਦੀਆਂ ਕੁਰਬਾਨੀਆਂ ਨੇ, ਉਹਨਾਂ ਨੂੰ ਸਦਾ ਹੀ ਉਹਨਾਂ ਨੂੰ ਇਹ ਸੰਸਾਰ ਯਾਦ ਰੱਖੇਗਾ। ਹਿੰਦੁਸਤਾਨ ਦੇ ਬੜੀ ਖੁਸ਼ੀ ਹੋਈ ਹੈ ਜੀ। ਬੋਲੇ ਸੋਨਿਆ ਸਤਿ ਸ੍ਰੀ ਅਕਾਲ। ਸਰਦਾਰ ਗੁਰਨਾਮ ਸਿੰਘ ਚੜੂਨੀ ਸਾਹਿਬ, ਪ੍ਰਧਾਨ ਜੀ ਇੱਧਰ ਨੂੰ ਥੋੜਾ ਜਿਹਾ ਆ ਜਾਓ। ਹਾਂਜੀ, ਇਸ ਵੇਲੇ ਰਿਕਾਰਡਿੰਗ ਚੱਲਦੀ ਪਈ ਹੈ। ਵੇਖੋ ਸਾਡੇ, ਮੈਂ ਸਮਝਦਾ ਕਿ ਪਿਛਲੇ 3 ਦਿਨਾਂ ਤੋਂ ਲਗਾਤਾਰ ਸਰਦਾਰ ਗੁਰਨਾਮ ਸਿੰਘ ਚੜੂਨੀ ਸਾਹਿਬ ਦੀ ਟੀਮ ਜਿਹੜੀ ਹੈ ਸਾਡੇ ਨਾਲ ਚੱਲ ਰਹੀ ਸੀ ਤੇ 15 ਪਰਿਵਾਰਾਂ ਦੀ ਸੇਵਾ ਜਿਹੜੀ ਆਪਾਂ ਕਰ ਪਾਏ ਤੇ ਭਾਈ ਰਣਜੀਤ ਸਿੰਘ ਖੁਦ ਸਾਰਿਆਂ ਨਾਲ ਸਾਰੀ ਸੇਵਾ ਜਿਹੜੀ ਹੈ 3 ਦਿਨਾਂ ਦੇ ਵਿੱਚ ਟੋਟਲ ਪ੍ਰਧਾਨ ਜੀ 90 ਪਰਿਵਾਰਾਂ ਦੀ ਸੇਵਾ ਜਿਹੜੀ ਹੈ ਅੱਜ ਹੋਈ ਹੈ। ਹੁਣੇ 90ਵਾਂ ਪਰਿਵਾਰ, ਹਾਂਜੀ, ਉਹਦੇ ਵਿੱਚੋਂ 40 ਹਰਿਆਣੇ ਦੇ ਪਰਿਵਾਰ ਜਿਹੜੇ ਨੇ। ਸੋ ਇੱਕ ਪਰਿਵਾਰ ਦਾ ਹਰਿਆਣੇ ਦਾ ਥੋੜਾ ਜਿਹਾ ਜੇ ਨਹੀਂ ਸਾਨੂੰ ਡਿਟੇਲ ਮਿਲ ਪਾਈ, ਉਹ ਵੀਰਾਂ ਦੀ ਡਿਊਟੀ ਲਗਾਈ ਹੈ। ਸੋ ਅਸੀਂ ਚਾਹਾਂਗੇ ਕਿ ਦੇਸ਼ ਦੀਆਂ ਸੰਗਤਾਂ ਇਸ ਵਕਤ ਸਾਨੂੰ ਸੁਣਦੀਆਂ ਪਈਆਂ UK ਯੂਰਪ ਦੀਆਂ, ਤੁਸੀਂ ਵੀ ਉਹਨਾਂ ਨਾਲ ਕੁਝ ਵਿਚਾਰ ਜ਼ਰੂਰ ਸਾਂਝੇ ਕਰੋ। ਬੱਚਿਆਂ ਦੀ ਪੜ੍ਹਾਈ ਦਾ ਵੀ ਸੰਗਤ ਹਾਂਜੀ ਹਾਂਜੀ। ਮੈਂ ਪ੍ਰਧਾਨ ਜੀ ਨੂੰ ਦੱਸਾਂਗਾ ਕਿ ਸਾਨੂੰ ਬੱਚਿਆਂ ਦੀ ਲਿਸਟ ਵੀ ਸਾਰੀ ਤੁਸੀਂ ਦਿਓ ਤੇ ਇੰਗਲੈਂਡ ਦੀ ਸੰਗਤ, ਵਿਦੇਸ਼ਾਂ ਦੀ ਸੰਗਤ ਜਿਹੜੀ ਹੈ ਉਹਨਾਂ ਸੰਗਤ ਟਰਸਟ UK, ਸੰਗਤ ਏਡ ਵੱਲੋਂ ਜਿਹੜੀਆਂ ਸੇਵਾਵਾਂ, ਉਹਦੇ ਵਿੱਚ ਹੁਣ ਜਿਹੜਾ ਇੱਕ ਹੋਰ ਪ੍ਰੋਗਰਾਮ ਵਿੱਚ ਐਡ ਹੋਇਆ, ਇਸੇ ਹਰਿਆਣੇ ਦੇ ਵਿੱਚੋਂ ਹੀ ਹੋਇਆ ਸੀ ਕਿ ਜਿਹੜੇ ਬੱਚੇ ਜਿਨ੍ਹਾਂ ਦੇ ਮਾਤਾ ਪਿਤਾ ਚਲੇ ਗਏ ਨੇ, ਸੋ ਉਹਨਾਂ ਦੀ ਐਜੂਕੇਸ਼ਨ ਦੇ ਵਾਸਤੇ ਜਿੰਨੀ ਵੀ ਐਜੂਕੇਸ਼ਨ ਲੈਣੀ ਚਾਹੁਣ ਉਹਦੀ ਸਪਾਂਸਰ ਕਰਨ ਦੇ ਵਾਸਤੇ ਪ੍ਰਕਿਰਿਆ ਆਰੰਭ ਹੋਈ ਹੈ। ਉਹਦੇ 'ਚੋਂ 4 ਬੱਚਿਆਂ ਦੀ ਸਪਾਂਸਰਸ਼ਿਪ ਜਿਹੜੀ ਹੈ ਹੋ ਚੁੱਕੀ ਹੈ। ਸੋ ਬਾਕੀ ਵੀ ਬੇਨਤੀ ਕੀਤੀ ਹੈ
ਕਿ ਸਾਨੂੰ ਲਿਸਟਾਂ ਸਾਰੀਆਂ ਦਿਓ ਤਾਂ ਕਿ ਉੱਥੇ ਪਰਿਵਾਰਾਂ ਨੂੰ ਆਪਾਂ ਦੇ ਸਕੀਏ ਤੇ ਉਹਨਾਂ ਬੱਚਿਆਂ ਦੀ ਐਜੂਕੇਸ਼ਨ ਜਿਹੜੀ ਹੈ ਉਹ ਕਿਉਂਕਿ ਬੜੀ ਜ਼ਰੂਰੀ ਹੈ। ਉਹਨਾਂ ਨੂੰ ਇਹ ਨਾ ਹੋਏ ਕਿ ਸਾਡੇ ਸਿਰ ਤੋਂ ਪਿਤਾ ਦਾ ਸਾਇਆ ਚੱਲ ਗਿਆ ਤੇ ਅਸੀਂ ਪੜ੍ਹ ਨਹੀਂ ਪਾਏ। ਸੋ ਇਹ ਸੇਵਾਵਾਂ ਜਿਹੜੀਆਂ ਨੇ ਸੰਗਤ ਏਡ UK ਵੱਲੋਂ ਕੀਤੀਆਂ ਜਾ ਰਹੀਆਂ ਨੇ। ਸਾਡੇ ਟਰਸਟੀ ਭਾਈ ਰਣਧੀਰ ਸਿੰਘ ਜੀ ਤੇ ਸਾਡੇ ਟਰਸਟ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਜਿਹੜੇ ਕਿ ਜਿਨ੍ਹਾਂ ਦੀ ਅਗਵਾਈ ਹੇਠ ਸਾਰੇ ਕਾਰਜ ਚੱਲਦੇ ਪਏ, ਚੈਨਲ ਤੇ ਸੰਗਤ ਏਡ ਦੇ ਵੀ ਕਾਰਜ ਉਹਨਾਂ ਦੇ ਅਗਵਾਈ 'ਚ ਚੱਲਦੇ ਪਏ ਨੇ। ਜੀ ਪ੍ਰਧਾਨ ਜੀ, ਅਸੀਂ ਸੰਗਤ ਏਡ UK ਦੇ ਬਹੁਤ ਬਹੁਤ ਧੰਨਵਾਦੀ ਹਾਂ ਤੇ ਭਾਈ ਰਣਧੀਰ ਸਿੰਘ ਜੀ ਜਿਹੜੇ ਨੇ ਕਈ ਵਾਰੀ ਇੱਥੇ ਆਲੇ, ਕਈ ਵਾਰੀ ਇੱਥੇ ਆ ਕੇ ਸੇਵਾ ਕਰ ਲਈ ਤੇ ਜਲੰਧਰ ਸੀਗੇ ਉੱਥੇ ਵੀ ਇਹਨਾਂ ਨੇ ਬੜੀ ਸੇਵਾ ਕੀਤੀ 2 ਵਾਰੀ ਬੜੀ ਸੇਵਾ ਕੀਤੀ। ਅਸੀਂ ਉਧਰ ਨੂੰ ਗਏ ਤੇ ਬਹੁਤ ਚੰਗੇ ਬੰਦੇ ਤੁਸੀਂ ਇਹਦੇ ਸ਼ਾਮਿਲ ਕੀਤੇ ਨੇ। ਮੈਂ ਧੰਨਵਾਦ ਵੀ ਕਰਨਾ ਚਾਹਾਂਗਾ ਸੰਗਤ ਏਡ ਨੂੰ ਤੇ ਜਿਹੜੀ ਤੁਸੀਂ ਸੇਵਾ ਕੀਤੀ ਹੈ ਸੰਗਤ ਏਡ ਵੱਲੋਂ ਕੀਤੀ ਹੈ ਬੜੀ ਮਤਲਬ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਦਾ ਕੁਝ ਰਿਹਾ ਨਹੀਂ, ਕੋਈ ਕਮਾਉਣ ਵਾਲੇ ਰਹੇ ਨਹੀਂ, ਕਮਾਉਣ ਵਾਲੇ ਚਲੇ ਗਏ ਨੇ, ਉਹਨਾਂ ਦੀ ਸੇਵਾ ਕਰਨਾ ਇਹ ਇਸ ਤੋਂ ਵੱਡਾ ਧਰਮ ਹੋਰ ਕੀ ਹੋ ਸਕਦਾ ਹੈ। ਤੇ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਹੈ ਬਈ ਜਿਹੜਾ ਤੁਸੀਂ ਇਹ ਫੈਸਲਾ ਲਿਆ ਹੈ ਵੀ ਕੋਈ ਜਿਹੜੇ ਪੰਜਾਬ ਦੇ ਬਾਹਰ ਦੇ ਨੇ, ਜਿਹੜੇ ਦੂਜੀ ਕਮਿਊਨਿਟੀਆਂ ਦੇ ਨੇ, ਹਿੰਦੂ ਨੇ ਜਾਂ ਮੁਸਲਮਾਨ ਨੇ ਜਾਂ ਦੂਜੇ ਕੋਈ ਨੇ, ਤੁਸੀਂ ਕੋਈ ਵਿਤਕਰਾ ਨਹੀਂ ਕੀਤਾ ਤੇ ਵੀ ਉਹਨਾਂ ਚੋਂ ਕੋਈ ਨਹੀਂ ਰਹਿਣਾ ਚਾਹੀਦਾ। ਇਹ ਸਾਡੀ ਪਹਿਲ ਸੀਗੀ, ਮਨ ਭਾਵਨਾ ਸੀ ਕਿ ਉਹਨਾਂ ਦੀ ਸੇਵਾ ਪਹਿਲਾਂ ਕਰੀਏ। ਕੋਈ ਸਿੱਖ ਪਰਿਵਾਰ ਬੇਸ਼ੱਕ ਰਹਿ ਜੇ ਪਰ ਦੂਜਾ ਪਰਿਵਾਰ ਕੋਈ ਨਹੀਂ ਰਹਿਣਾ ਚਾਹੀਦਾ। ਇਹ ਬੜੀ ਵੱਡੀ ਗੱਲ ਹੈ। ਇਹ ਮਾਨਵਤਾ ਨੂੰ ਸਭ ਤੋਂ ਵੱਡਾ ਸੰਦੇਸ਼ ਹੈ। ਵੀ ਦੇਖੋ ਨਹੀਂ ਤੇ ਫਿਰ ਕਈਆਂ ਨੇ ਦੇਖਿਆ ਵੀ ਉਹ ਆਪੋ ਆਪਣੇ ਵੱਲ ਨੂੰ ਜ਼ਿਆਦਾ ਖਿੱਚਦੇ ਨੇ, ਪਰ ਇਹ ਤੁਹਾਡਾ ਅਸੀਂ ਪਹਿਲੀ ਸੰਸਥਾ ਦੇਖ ਰਹੇ ਹਾਂ ਜਿਹੜੇ ਕਹਿੰਦੇ ਵੀ ਸਾਡੇ ਵਾਲਾ ਬੇਸ਼ੱਕ ਰਹਿ ਜੇ ਪਰ ਜਿਹੜੇ ਦੂਜੇ ਸਾਡੇ ਭਰਾ ਨੇ ਨਾ ਜਿਹੜੇ ਸਾਡੇ ਅੰਦੋਲਨ ਦੇ ਵਿੱਚ ਆਏ ਨੇ ਉਹ ਨਹੀਂ ਰਹਿਣੇ ਚਾਹੀਦੇ। ਵੇਖੋ ਪ੍ਰਧਾਨ ਜੀ, ਹਰਿਆਣੇ ਵਾਲੇ ਸਾਡੇ ਜਾਟ ਭਰਾਵਾਂ ਨੇ ਨਾਰੇ ਮਾਰੇ ਇੱਥੇ ਸਾਡੇ ਸਾਹਮਣੇ ਜਗ੍ਹਾ ਜਗ੍ਹਾ ਤੇ, ਵੱਡਾ ਭਾਈ ਛੋਟਾ ਭਾਈ ਤੇ ਹਰਿਆਣਾ ਪੰਜਾਬ ਭਾਈ ਭਾਈ ਦਾ ਨਾਰਾ ਸੀ। ਸੋ ਉਸ ਭਾਵਨਾ ਨੂੰ ਲੈ ਕੇ ਭਾਈ ਸਾਹਿਬ ਦੇ ਮਨ 'ਚ ਬਹੁਤ ਜ਼ਿਆਦਾ ਇਸ ਗੱਲ ਦਾ ਕਿ ਜੇ ਵੱਡਾ ਭਾਈ ਉਹਨਾਂ ਨੇ ਕਿਹਾ ਤੇ ਵੱਡੇ ਭਾਈ ਵਾਲਾ ਫਰਜ਼ ਜਿਹੜਾ ਅਸੀਂ ਨਿਭਾਉਣਾ ਹੈ, ਉਹਦੇ ਵਾਸਤੇ ਇਹ ਸਾਰੇ ਇਹਨਾਂ ਦੇ ਭਾਈ ਸਾਹਿਬ ਦਾ ਫੈਸਲਾ ਸੀ ਕਿ ਆਪਾਂ ਪਹਿਲਾਂ ਦੂਸਰੀਆਂ ਸਟੇਟਸ ਪਹਿਲਾਂ ਕਵਰ ਕਰਾਂਗੇ, ਜੇ ਬਾਅਦ ਦੇ ਵਿੱਚ ਆਪਾਂ ਪੰਜਾਬ ਦੇ ਬਾਕੀ ਪੰਜਾਬ ਦੇ ਵੀ ਖੈਰ ਅਸੀਂ ਗਏ 75 ਦੇ ਕਰੀਬ। ਹਾਂਜੀ, ਇਹ ਦੇਖੋ ਨੇ ਭਾਈ ਰਣਧੀਰ ਸਿੰਘ ਜੀ ਜਿਹੜੇ ਨਾ ਇਹਨਾਂ ਦੀ ਸੋਚ ਬੜੀ ਲੰਮੀ ਹੈ। ਇਹਨਾਂ ਦੀ ਸੋਚ ਬੜੀ ਲੰਬੀ ਹੈ। ਹਾਲਾਂਕਿ ਤੁਸੀਂ ਸਾਰਿਆਂ ਨੂੰ ਕਵਰ ਕਰ ਰਹੇ ਹੋ, ਸਾਰਿਆਂ ਨੂੰ ਦੇ ਰਹੇ ਹੋ, ਪਰ ਫਿਰ ਵੀ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੀ ਇਹ ਗੱਲ ਕਹਿਣੀ ਕਿ ਵੀ ਜਿਹੜੇ ਦੂਜੇ ਭਰਾ ਨੇ, ਹਿੰਦੂ ਨੇ, ਮੁਸਲਮਾਨ ਨੇ, ਉਹਨਾਂ 'ਚੋਂ ਕੋਈ ਵੀ ਨਹੀਂ ਰਹਿਣਾ ਚਾਹੀਦਾ। ਉਹਨਾਂ 'ਚੋਂ ਕੋਈ ਵੀ ਨਹੀਂ ਰਹਿਣਾ ਚਾਹੀਦਾ। ਤੇ ਅੱਜ ਤੁਸੀਂ ਪੂਰਾ ਹਰਿਆਣਾ ਕਵਰ ਕਰ ਚੁੱਕੇ ਹੋ। ਕੋਈ ਕੱਦਾ ਦੋ ਕੋਈ ਸਿੱਧੇ ਛੜੇ ਵਿਚਾਰੇ ਜਿਹੜੇ ਅਜੇ ਰਿਕਾਰਡ ਨਹੀਂ ਪਹੁੰਚਿਆ, ਕਿਸੇ ਕਾਰਨ ਤੱਕ ਉਹਨਾਂ ਰਿਕਾਰਡ ਨਹੀਂ ਪਹੁੰਚ ਸਕੇ, ਵੱਖਰੀ ਗੱਲ ਹੈ। ਤੇ ਨਹੀਂ ਤੇ ਸਾਰਿਆਂ ਨੂੰ ਤੁਸੀਂ ਦੇ ਦਿੱਤਾ ਹੈ ਤੇ ਸਾਡੇ ਕੋਲ ਤਾਰੀਫ ਕਰਨ ਵਾਲਾ ਸ਼ਬਦ ਨਹੀਂ ਹੈ। ਬਹੁਤ ਬਹੁਤ ਅਸੀਂ ਧੰਨਵਾਦੀ ਆ। ਅਸੀਂ ਚਾਹਾਂਗੇ ਵੀ ਇਸ ਵੇਲੇ UK ਯੂਰਪ ਦੀਆਂ ਉਹ ਸੰਗਤਾਂ ਜਿਨ੍ਹਾਂ ਨੇ ਆਪਣਾ ਬੜਾ ਮਿਹਨਤ ਦੀ ਕਮਾਈ ਹੈ ਜੀ ਉੱਥੇ ਵੀ, ਤੇ ਉਹਨਾਂ ਨੇ ਆਪਣਾ ਦਸਵੰਧ ਭੇਟ ਕੀਤਾ, ਉਹਨਾਂ ਦੇ ਨਾਲ ਸਿੱਧਾ ਮੁਖਾਤਬ ਹੁੰਦੇ ਹੋਏ ਅਸੀਂ ਜਿਹੜਾ ਸੰਗਤਾਂ ਨੇ UK ਵਾਲੀਆਂ ਬਈ ਉਹਨਾਂ ਚਲੋ ਇਹ ਜਿਹੜਾ ਪੈਸਾ ਆ ਰਿਹਾ ਤੇ ਉਹਨਾਂ ਕੋਲ ਹੀ ਰਿਹਾ, ਉਹਨਾਂ ਕੋਲ ਹੀ ਆ ਰਿਹਾ। ਹਾਂ, ਤੇ ਉਹਨਾਂ ਦੇ ਅਸੀਂ ਧੰਨਵਾਦੀ ਜਿਹੜੇ ਨੂੰ ਮਤਲਬ ਇੱਥੋਂ ਬੇਸ਼ੱਕ ਚਲੇ ਗਏ ਨੇ ਪਰ ਸਾਡੇ ਦੇਸ਼ ਦੀ, ਸਾਡੇ ਭਰਾਵਾਂ ਦੀ ਜਿਹੜੀ ਚਿੰਤਾ ਉੱਥੇ ਬੈਠੇ ਜਿਹੜਾ ਫਿਕਰ ਕਰ ਰਹੇ ਨੇ, ਉਹ ਇੱਕ ਬੜੀ ਵੱਡੀ ਸਾਨੂੰ ਮਾਣ ਹੈ। ਸਾਨੂੰ ਮਾਣ ਹੈ, ਸਾਨੂੰ ਇਹ ਗਰਮਾਇਸ਼ ਹੈ ਵੀ ਸਾਡੇ ਭਰਾ UK 'ਚ ਵੀ ਬੈਠੇ ਨੇ। ਸਾਡੇ ਤੇ ਮੁਸੀਬਤ ਆ ਗਈ, UK ਵਾਲੇ ਭਰਾ ਸਾਡੇ ਨਾਲ ਖੜੇ ਨੇ। ਠੀਕ ਹੈ, ਤੇ ਜਿਹਨਾਂ ਤੋਂ ਕੁਝ ਨਹੀਂ ਰਿਹਾ ਉਹਨਾਂ ਦੀ ਮਦਦ ਕਰਨਾ ਇਹ ਮਤਲਬ ਬੜਾ ਧਰਮ ਦਾ ਕੰਮ ਹੈ। ਪਰ ਇਹ ਦੇਖੋ ਬੰਦੇ ਕੋਲ ਪੈਸਾ ਹੁੰਦਾ ਨਾ ਰੱਬ ਨੂੰ ਭੁੱਲ ਜਾਂਦਾ ਹੈ। ਹਾਂ, ਕਈ ਵਾਰੀ ਏਦਾਂ ਜ਼ਿਆਦਾਤਰ ਹੁੰਦਾ ਜੀ, ਜ਼ਿਆਦਾਤਰ ਹੁੰਦਾ ਹੈ। ਔਰ ਜਿਹੜੇ UK ਵਾਲੇ ਭਰਾ ਨੇ, ਜਿਹੜੀ ਆਪਣੀ ਕਮਿਊਨਿਟੀ ਹੈ ਉਹਦੇ 'ਚ ਗੁਣਵੱਤਾ ਰਹੀ ਹੈ ਵੀ ਉਹ ਉਸ ਮਾਲਕ ਦੀ ਦੇਣ ਮੰਨਦੀ ਹੈ ਵੀ ਇਹ ਮੇਰੇ ਕੋਲ ਪੈਸਾ ਆਇਆ ਉਸ ਮਾਲਕ ਦੀ ਦੇਣ ਹੈ, ਉਹਨੇ ਮੈਨੂੰ ਦਿੱਤਾ ਹੈ ਤੇ ਮੈਂ ਉਹਨਾਂ ਨੂੰ ਦਿਆਂ ਜਿਨ੍ਹਾਂ ਕੋਲ ਨਹੀਂ ਹੈ। ਠੀਕ ਹੈ, ਇਹ ਮਤਲਬ ਇਹ ਵੀ ਇੱਕ ਜਿਹੜੀ ਇਬਾਦਤ ਹੈ। ਇਬਾਦਤ ਹੈ। ਇੱਕ ਕਹਾਵਤ ਹੈ ਬਈ ਇੱਕ ਮਹਾਤਮਾ ਦਾ ਚੇਲਾ ਸੀ ਵਪਾਰੀ ਤੇ ਉਹ ਵਪਾਰ ਕਰਦਾ ਸੀ। ਪੁਰਾਣੇ ਟਾਈਮ ਵਿੱਚ ਊਂਟਾਂ ਦੇ ਵਪਾਰ ਹੁੰਦੇ ਸੀ। ਉਹ ਜੰਗਲ ਰਾਜਸਥਾਨ ਦੇ ਰਸਤੇ ਊਂਟਾਂ ਤੇ ਮਾਲ ਲੱਦ ਕੇ ਜਾ ਰਿਹਾ ਸੀ। ਉਹਨੇ ਦੇਖਿਆ ਇੱਕ ਚਿੜੀ ਉੱਥੇ ਹੈ, ਅਪੰਗ ਚਿੜੀ ਹੈ, ਉੜ ਨਹੀਂ ਸਕਦੀ।
ਅੱਛਾ ਜੀ, ਅਪੰਗ ਚਿੜੀ। ਹਾਂ, ਉੜ ਨਹੀਂ ਸਕਦੀ। ਉਹਨੇ ਦੇਖਿਆ ਵੀ ਇਹ ਜਿਹੜੀ ਚਿੜੀ ਹੈ ਇਹ ਆਖਰ ਇਹ ਜੂੰਦੀ ਕਿਵੇਂ ਹੈ, ਇੱਥੇ ਪਾਣੀ ਨਹੀਂ ਹੈ, ਇੱਥੇ ਖਾਣਾ ਨਹੀਂ ਹੈ, ਅਗਰ ਇਹ ਚਿੜੀ ਜੂੰਦੀ ਕਿਵੇਂ ਹੈ। ਥੋੜੀ ਦੇਰ ਬਾਅਦ ਉਹਨੇ ਦੇਖਿਆ ਇੱਕ ਦੂਜੀ ਚਿੜੀ ਆਈ, ਉਹਨੇ ਉਹਨੂੰ ਆ ਕੇ ਚੋਗਾ ਦਿੱਤਾ। ਓਏ ਹੋਏ, ਉਹਨਾਂ ਨੂੰ ਆ ਕੇ ਚੋਗਾ ਦਿੱਤਾ। ਉਸ ਵਪਾਰੀ ਦੇ ਮਨ 'ਚ ਗੱਲ ਆਈ ਵੀ ਉਹ ਮਾਲਕ ਜੇ ਇਸ ਚਿੜੀ ਨੂੰ ਦੇ ਸਕਦਾ ਉਹ ਮੈਨੂੰ ਵੀ ਦੇ ਸਕਦਾ ਹੈ, ਮੈਂ ਕਿਉਂ ਧੱਕੇ ਖਾ ਰਿਹਾ ਐਵੇਂ। ਉਹਨੇ ਵਪਾਰ ਛੱਡਿਆ ਤੇ ਮਾਲਕ ਦੀ ਇਬਾਦਤ ਦੇ ਵਿੱਚ ਬਹਿ ਗਿਆ, ਸਿਮਰਨ ਦੇ ਵਿੱਚ ਬਹਿ ਗਿਆ। ਕੁਝ ਦਿਨ ਬਾਅਦ ਉਸ ਮਹਾਤਮਾ ਨੂੰ ਪਤਾ ਲੱਗਿਆ ਵੀ ਉਹ ਜਿਹੜਾ ਤੇਰਾ ਚੇਲਾ ਵਪਾਰੀ ਸੀ ਨਾ, ਉਹਨੇ ਵਪਾਰ ਛੱਡਤਾ। ਅੱਛਾ ਜੀ, ਉਹ ਸਿਮਰਨ ਤੇ ਲੱਗਿਆ। ਉਹ ਮਹਾਤਮਾ ਉਹਦੇ ਘਰ ਆਇਆ, ਉਹਨੇ ਆ ਕਿਹਾ ਵੀ ਤੂੰ ਸਿਮਰਨ ਛੱਡ, ਤੂੰ ਜਿਹੜਾ ਵਪਾਰ ਛੱਡਤਾ ਤੇ ਕਿਉਂ ਛੱਡਿਆ। ਉਹਨੇ ਕਿਹਾ ਜੀ ਮੈਂ ਇਹ ਸੀਨ ਵੇਖਿਆ ਵੀ ਉੱਥੇ ਅਪੰਗ ਚਿੜੀ ਹੈ, ਕੋਈ ਖਾਣ ਵਾਸਤੇ ਨਹੀਂ, ਕੁਛ ਪੀਣ ਵਾਸਤੇ ਨਹੀਂ। ਦੂਜੀ ਚਿੜੀ ਆਈ, ਉਹਨੇ ਚੋਗਾ ਦਿੱਤਾ ਹੈ ਤੇ ਉਹ ਚਿੜੀ ਜਿਹੜੀ ਉਹ ਮੈਂ ਸੋਚਿਆ ਵੀ ਜੇ ਮਾਲਕ ਉਸ ਅਪੰਗ ਚਿੜੀ ਨੂੰ ਦੇ ਰਿਹਾ ਹੈ ਉਹ ਮੈਨੂੰ ਨਾ ਦੇਗਾ, ਮੈਨੂੰ ਵੀ ਦੇਗਾ। ਤੇ ਮੈਂ ਇਸ ਕਰਕੇ ਮੈਂ ਤੇ ਭਗਤੀ 'ਚ ਬਹਿ ਗਿਆ, ਮੈਂ ਉਹ ਕੰਮ ਛੱਡਤਾ। ਉਸ ਮਹਾਤਮਾ ਨੇ ਸਮਝਾਇਆ ਉੱਥੇ ਦੋ ਚਿੜੀਆਂ ਸੀ। ਦੋ ਚਿੜੀਆਂ ਸੀ ਉੱਥੇ। ਉੱਥੇ ਦੋ ਚਿੜੀਆਂ ਸੀ। ਇੱਕੋ ਅਪੰਗ ਚਿੜੀ ਸੀ ਜਿਹੜੀ ਉੜ ਨਹੀਂ ਸਕਦੀ, ਜਿਹੜੀ ਕੁਝ ਕਰ ਨਹੀਂ ਸਕਦੀ, ਐਸਾ ਹੈ। ਦੂਜੀ ਉਹ ਚਿੜੀ ਹੈ ਜਿਹੜੀ ਕਰ ਸਕਦੀ ਹੈ। ਸੀ। ਤੂੰ ਵਪਾਰ ਕਰਦਾ ਹੈ, ਜੇ ਤੂੰ ਵਪਾਰ ਕਰਕੇ ਉਹਨਾਂ ਲੋਕਾਂ ਨੂੰ ਖਵਾਏ ਜਿਹੜੇ ਖੁਦ ਨਹੀਂ ਕਮਾ ਸਕਦੇ, ਬਿਲਕੁਲ ਵਪਾਰ ਕਰਕੇ ਕਮਾਈ ਕਰੇ ਤੇ ਉਸ ਕਮਾਈ ਨੂੰ ਉਹਨਾਂ ਲੋਕਾਂ ਦੇ ਖਰਚ ਦੇ ਜਿਹੜੇ ਖੁਦ ਨਹੀਂ ਕਮਾ ਸਕਦੇ, ਉਹ ਤੇਰਾ ਵਪਾਰ ਤੇਰੀ ਇਬਾਦਤ ਬਣ ਜਾਏਗੀ। ਵਾਹ ਜੀ ਵਾਹ, ਬਹੁਤ ਉਹ ਤੇਰਾ ਵਪਾਰ ਤੇਰੀ ਇਬਾਦਤ ਬਣ ਜਾਏਗੀ। ਇਸ ਕਰਕੇ ਉਹ ਆਪਣਾ ਕਰਮ ਛੱਡ ਕੇ ਨਾ ਬਹਿ, ਮਾਲਕ ਨੂੰ ਯਾਦ ਰੱਖ, ਉਹ ਕਰਮ ਕਰਦਾ ਰਹਿ ਤੇ ਉਹਨਾਂ ਨੂੰ ਖਵਾਉਂਦਾ ਰਹਿ। ਜਿਹੜੇ ਨਹੀਂ ਕਰ ਸਕਦੇ, ਜਿਹੜੇ ਨਹੀਂ ਜਿਉਂਦੇ ਰਹਿੰਦੇ। ਨਹੀਂ ਹੁਣ ਅਸੀਂ ਇਹ ਤਾਂ ਪਰਿਵਾਰ ਹੀ ਉਹ ਨੇ ਸੰਗਤ ਜੀ ਜਿਨ੍ਹਾਂ ਦੇ ਮੁਖੀ ਜਿਹੜੇ ਨੇ, ਕਹਿ ਲੋ ਆਪਾਂ ਜੇ ਸਿੱਧੀ ਗੱਲ ਕਹੀਏ ਨਾ, ਰੀੜ ਦੀ ਹੱਡੀ ਟੁੱਟ ਗਈ ਸਮਝ ਲਓ। ਮੈਂ ਜਿਹੜਾ ਯੂਕੇ ਵਾਲੇ ਭਰਾ ਨੇ, ਮੈਂ ਉਹਨਾਂ ਦਾ ਧੰਨਵਾਦ ਇਸ ਕਰਕੇ ਕਰਨਾ ਚਾਹਾਂਗਾ ਵੀ ਉਹਨਾਂ ਕੋਲ ਉਹ ਸਮਰਥ ਹੈ ਜਿਹੜੀ ਉਸ ਚਿੜੀ ਕੋਲ ਸੀ। ਹਾਂ, ਜਿਹੜੀ ਅਪੰਗ ਚਿੜੀ ਨੂੰ ਖਵਾ ਰਹੀ ਆ, ਜਿਹੜੀ ਅਪੰਗ ਚਿੜੀ ਨੂੰ ਖਵਾ ਰਹੀ। ਤੇ ਜਿਹੜੇ ਸੰਗਤ ਜਿਹੜੇ ਯੂਕੇ ਵਾਲੇ ਭਰਾ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ। ਤੁਹਾਡੇ ਕੋਲ ਜਿਹੜੀ ਸੇਵਾ ਤੁਸੀਂ ਕਰ ਰਹੇ ਹੋ, ਉਹ ਉਸ ਮਾਲਕ ਦੀ ਬਖਸ਼ਿਸ਼ ਹੈ। ਰੱਬ ਤੁਹਾਨੂੰ ਹੋਰ ਬਖਸ਼ੇ, ਹੋਰ ਜ਼ਿਆਦਾ ਦੇ, ਤੁਸੀਂ ਹੋਰ ਜ਼ਿਆਦਾ ਸੇਵਾ ਕਰੋ। ਧੰਨਵਾਦ। ਸੋ ਬਿਲਕੁਲ। ਹਾਂਜੀ, ਭਾਈ ਰਣਧੀਰ ਸਿੰਘ ਜੀ ਸਾਡੇ ਨਾਲ 2 ਮਿੰਟ। ਹਾਂਜੀ ਪ੍ਰਧਾਨ ਜੀ, ਮੈਂ ਤੁਹਾਡੀ ਜਿਹੜੀ ਟੀਮ ਸਾਡੇ ਨਾਲ ਜਾਂਦੀ ਸੀ, ਭਾਈ ਬਲਜਿੰਦਰ ਸਿੰਘ ਜੀ, ਭਾਈ ਕੁਲਦੀਪ ਸਿੰਘ, ਭਾਈ ਮਲਕੀਤ ਸਿੰਘ, ਭਾਈ ਰਾਮ ਸਿੰਘ, ਤੇ ਇੱਥੇ ਤਾਊ ਜੀ ਨੇ ਸਾਡੇ ਨਾਲ 3 ਦਿਨ ਤੋਂ, 3 ਦਿਨਾਂ ਤੋਂ ਲਗਾਤਾਰ ਸਾਡੇ ਨਾਲ ਨੇ 24 ਘੰਟੇ। ਤੇ ਇਹਨਾਂ ਨੇ ਬਹੁਤ ਹੀ ਪਿਆਰ ਦੇ ਨਾਲ ਸਾਡਾ ਸਾਥ ਦਿੱਤਾ ਜੀ। ਦੂਜਾ ਮੈਂ ਇਹ ਕਹਾਂਗਾ ਕਿ ਪੰਜਾਬ ਆਪਣੇ ਲਾਲਚ ਦਿੱਤਾ ਪੈਸੇ ਪੁੱਛਿਆ ਹੀ ਜਾਣਗੇ। ਪ੍ਰਧਾਨ ਜੀ ਹੋਰ ਵੀ ਗੱਲ ਬਹੁਤ ਆ। ਪੈਸੇ ਤਾਂ ਪਰਿਵਾਰਾਂ ਨੂੰ ਹੀ ਜਾ ਰਹੇ ਨੇ ਜੀ। ਹਰਿਆਣੇ ਵਾਲਿਆਂ ਨੇ ਜਿਹੜੀ ਲਿਸਟ ਬਣਾਈ ਹੈ ਨਾ ਕਿਸਾਨਾਂ ਦੀ, ਉਹਦੇ ਉੱਤੇ ਡਿਟੇਲ ਬਹੁਤ ਵਧੀਆ ਹੈ। ਉਹਨਾਂ ਦੀਆਂ ਬੈਂਕਾਂ ਦੇ ਅਕਾਊਂਟ ਵੀ ਦਿੱਤੇ ਹੋਏ ਆ, ਉਹਨਾਂ ਦੇ ਫੋਨ ਵੀ ਦਿੱਤੇ ਹੋਏ ਆ। ਪਰ ਜਿਹੜੀ ਸਾਨੂੰ ਮੁੰਡਾ ਬੈਠਾ ਸਾਰਾ ਕਰਨੇ ਵਾਲਾ, ਹਾਂਜੀ, ਤੇ ਪੰਜਾਬ ਵਾਲਿਆਂ ਦੀ ਲਿਸਟ ਸਾਨੂੰ ਮਿਲੀ ਆ। ਦੇਖਣ ਚ ਸਿੱਧਾ ਜਿਹਾ ਲੱਗਦਾ ਪਰ ਬਹੁਤ ਚੰਗਾ ਰਿਕਾਰਡ ਇਹਨੇ ਤਿਆਰ ਕੀਤਾ, ਮੈਂ ਵੀ ਦੇਖਿਆ, ਬਹੁਤ ਟੌਪ ਦਾ ਰਿਕਾਰਡ ਤਿਆਰ ਕੀਤਾ। ਇਹ ਕਹਾਂਗਾ ਵੀ ਤੁਹਾਡੀ ਟੀਮ ਜਿਹੜੀ ਹਾਂ ਨਾ ਠੀਕ, ਇਹਨਾਂ ਨੇ ਬਹੁਤ ਵਧੀਆ ਕਾਰਜ ਕੀਤਾ ਆ। ਔਰ ਮੈਂ ਵਿਦੇਸ਼ਾਂ ਵਿੱਚ ਬੈਠੇ ਹੋਰ ਭਰਾਵਾਂ ਨੂੰ ਇਹ ਕਹਿਣਾ ਚਾਹਾਂਗਾ, ਹੋਰ ਸੰਸਥਾਵਾਂ ਨੂੰ ਇਹ ਕਹਿਣਾ ਚਾਹਾਂਗਾ ਵੀ ਅਸੀਂ 100 ਪਰਿਵਾਰ ਤੱਕ ਨੀਅਰਲੀ ਪਹੁੰਚ ਚੱਲੇ ਆ, ਪਰ ਹੋਰ ਵੀ ਸੰਸਥਾਵਾਂ ਨੇ ਮਾਇਆ ਇਕੱਠੀ ਕੀਤੀ ਹੈ। ਔਰ ਅਸੀਂ ਉਹਨਾਂ ਨੂੰ ਇਹ ਕਹਾਂਗੇ ਵੀ ਤੁਸੀਂ ਕਿਸਾਨ ਯੂਨੀਅਨ ਦੇ ਨਾਲ ਆ ਕੇ ਇੱਥੇ ਸੰਪਰਕ ਪੈਦਾ ਕਰੋ। ਔਰ ਉਹਨਾਂ ਦੇ ਕੋਲੋਂ ਪੰਜਾਬ ਵਾਲਿਆਂ ਤੋਂ, ਹਰਿਆਣੇ ਵਾਲਿਆਂ ਤੋਂ ਇਹ 1-1 ਲੱਖ ਜਿਹੜਾ ਦਿੱਤਾ ਹੈ ਬਹੁਤ ਥੋੜਾ ਆ, ਕੁਛ ਵੀ ਨਹੀਂ ਬਣਨਾ ਉਹਨਾਂ ਦਾ, ਪਰਿਵਾਰਾਂ ਦਾ। ਇਹ ਤਾਂ ਇੱਕ ਸਿਰਫ ਉਹਨਾਂ ਨੂੰ ਇੱਕ ਅਸੀਂ ਪਿਆਰ ਹੀ ਲੈ ਕੇ ਉਹਨਾਂ ਕੋਲ ਗਏ ਆ ਕਿ ਅਸੀਂ ਤੁਹਾਡੇ ਨਾਲ, ਬਾਹਰ ਦੇ ਸਿੱਖ ਜਿਹੜੇ ਆ ਬੈਠੇ ਉੱਥੇ ਸੰਗਤ, ਉਹ ਨਾਲ ਤੁਹਾਡੇ ਖੜੀ ਹੈ। ਅੱਜ ਕੱਲ੍ਹ ਲੱਖ ਨੂੰ ਤੁਸੀਂ ਜੇਬ 'ਚ ਪਾ ਕੇ ਜਾਓ ਤੇ ਫਿਰ ਤੁਹਾਨੂੰ ਪਤਾ ਲੱਗਦਾ ਵੀ ਇਹਦੇ ਨਾਲ ਬਣ ਹੀ ਕੁਛ ਨਹੀਂ ਸਕਦਾ। ਅੱਜ ਕੱਲ੍ਹ ਇੱਕ ਬੱਚੇ ਦੀ ਪੜ੍ਹਾਈ ਦੇ ਉੱਤੇ 30-30 ਹਜ਼ਾਰ ਰੁਪਇਆ ਖਰਚ ਹੈਗਾ, ਤੇ ਜਿਹਦੇ ਘਰ ਵਿੱਚ 3-3 ਬੱਚੇ ਸਕੂਲ ਜਾਣ ਵਾਲੇ ਆ, ਉਹਨਾਂ ਨੇ ਕਿੱਦਾਂ ਆਪਣਾ ਘਰ ਚਲਾਉਣਾ ਹੈਗਾ। ਸੋ ਸਾਧ ਸੰਗਤ ਜੀ, ਅਸੀਂ ਜਿਹੜੇ 4 ਬੱਚੇ ਤਾਂ ਬਿਨਾਂ ਤੁਹਾਡੇ ਨਾਲ ਸਾਂਝ ਕੀਤੇ ਤੋਂ ਹੋ ਗਿਆ ਸੀ, ਪਰ ਹੁਣ ਅਸੀਂ 2-3 ਦਿਨ ਦੇ ਵਿੱਚ ਤੁਹਾਨੂੰ ਹਰਿਆਣੇ ਦੇ ਸਾਰੇ ਬੱਚੇ ਦੀ ਲਿਸਟ ਤੁਹਾਡੇ ਨਾਲ ਸਾਂਝੀ ਕਰਨੀ ਆ। ਔਰ ਮੈਨੂੰ ਉਮੀਦ ਆ ਕਿ ਅਸੀਂ ਤੁਹਾਡੇ ਕੋਲੋਂ 1 ਦਿਨ ਵਿੱਚ ਸਪਾਂਸਰ ਕਰਾਉਣੇ ਸਾਰੇ ਬੱਚੇ, ਔਰ ਤੁਹਾਡਾ ਉਸ ਪਰਿਵਾਰ ਨਾਲ ਸਿੱਧਾ ਲਿੰਕ ਵੀ ਕਰਾਉਣਾ ਕਿ ਉਸ ਪਰਿਵਾਰ ਦੀ ਤੁਸੀਂ ਪੜ੍ਹਾਈ ਤੱਕ ਹੀ ਨਾ ਸੀਮਿਤ ਰਹੋ, ਉਹਨਾਂ ਦੇ ਹਰ ਦੁੱਖ ਸੁੱਖ
ਗਾਂ ਬੱਚਿਆਂ ਦੇ ਵਿਆਹ ਸ਼ਾਦੀ ਹੋਣੇ ਆ। ਹਰਿਆਣੇ ਵਾਲਿਆਂ ਨੂੰ ਹੁਣ ਛੋਟੇ ਭਰਾ ਮੰਨਣਾ ਪਊਗਾ ਆਪਾਂ ਨੂੰ, ਬਿਲਕੁਲ। ਔਰ ਹਰ ਪਰਿਵਾਰ ਜਿਹੜਾ ਉਹਨਾਂ ਨਾਲ ਜੁੜੇਗਾ ਉਹ ਵੱਡਾ ਭਰਾ ਬਣ ਕੇ ਉਹਨਾਂ ਨਾਲ ਜੁੜੇ। ਤੇ ਇਹ ਜਿਹੜਾ ਉਹਨਾਂ ਨੇ ਨਾਅਰਾ ਦਿੱਤਾ ਸੀਗਾ, ਉਹਨਾਂ ਨੇ ਲੱਸੀ ਨਹੀਂ ਮੁੱਕਣ ਦਿੱਤੀ, ਸਬਜ਼ੀ ਨਹੀਂ ਮੁੱਕਣ ਦਿੱਤੀ, ਹਰਿਆਣੇ ਵਾਲਿਆਂ ਨੇ ਮਿਰਚਾਂ ਤੱਕ ਨਹੀਂ ਮੁੱਕਣ ਦਿੱਤੀਆਂ ਹਰੀਆਂ। ਤੁਹਾਨੂੰ ਕਿਸੇ ਲੰਗਰ ਵਿੱਚ ਕੋਈ ਚੀਜ਼ ਮੁੱਲ ਦੀ ਨਹੀਂ ਲਿਆਉਣੀ ਪਈ। ਸੋ ਮੇਰੀ ਇਹ ਬੇਨਤੀ ਆ ਬਾਹਰ ਬੈਠੇ ਸਾਰੇ ਭਰਾਵਾਂ ਨੂੰ ਕਿ ਆਪਾਂ ਇਸ ਸੰਘਰਸ਼ ਦੇ ਵਿੱਚ ਜਿਹੜਾ ਇਹਨਾਂ ਨੇ ਆਪਣੀਆਂ ਜਾਨਾਂ ਦੇ ਕੇ ਹਿੱਸਾ ਪਾਇਆ, ਆਪਾਂ ਉਹਨਾਂ ਦੇ ਕੋਈ ਬੱਚਾ ਐਸਾ ਨਾ ਰਹਿ ਜਾਵੇ ਜਿਹੜਾ ਕਹੇ ਕਿ ਮੇਰਾ ਡੈਡੀ ਹੈ ਨਹੀਂ, ਪੂਰਾ ਹੋ ਗਿਆ ਸੀ ਉਦੋਂ ਸੰਘਰਸ਼ ਵਿੱਚ ਤੇ ਮੇਰੀ ਪੜ੍ਹਾਈ ਰਹਿ ਗਈ, ਨਹੀਂ ਤਾਂ ਮੈਂ ਸ਼ਾਇਦ ਕੋਈ ਪੜ੍ਹਾਈ ਕਰਕੇ ਮੈਂ ਕੋਈ ਅਫਸਰ ਬਣ ਜਾਂਦਾ, ਮੈਂ ਕਿਸੇ ਚੰਗੀ ਨੌਕਰੀ ਤੇ ਲੱਗ ਜਾਂਦਾ, ਤੇ ਉਹ ਕਿਤੇ ਮਜ਼ਦੂਰੀ ਨਾ ਕਰੇ। ਉਹਨਾਂ ਦਾ ਬੱਚਾ ਜਿਹਨਾਂ ਨੂੰ ਮਹਾਰਾਜ ਨੇ ਸੋਝੀ ਦਿੱਤੀ ਆ ਉਹ ਜ਼ਰੂਰ ਪੜ੍ਹਾਈ ਪੂਰੀ ਕਰਨ। ਇਹੋ ਸਾਡੇ ਸਾਰਿਆਂ ਦੇ ਮਨ ਦੀ ਇੱਛਾ ਆ, ਉਮੀਦ ਆ ਸੰਗਤਾਂ ਨੇ ਪੂਰੀ ਕਰ ਦੇਣੀ ਹੈ। ਹਾਂਜੀ, ਸਾਨੂੰ ਲਿਸਟ ਹੋਰ ਬਹੁਤ ਚੰਗਾ ਸੰਦੇਸ਼ ਜਿਹੜਾ ਜਾ ਰਿਹਾ ਹੈ ਉਹ ਇਹ ਜਾ ਰਿਹਾ ਹੈ ਵੀ ਅਸੀਂ ਸਿੱਖ ਭਰਾਵਾਂ ਦੇ ਨਾਲ ਲੱਗੇ ਸੀ ਜੀ, ਅਸੀਂ ਸਿੱਖ ਭਰਾਵਾਂ ਦੇ ਨਾਲ ਲੱਗੇ ਸੀ। ਇਹ ਸਾਡੇ ਨਾਲ ਖੜੇ ਨੇ, ਸਾਨੂੰ ਪਿੱਠ ਨਹੀਂ ਦਿਖਾ ਰਹੇ। ਇਹ ਬਹੁਤ ਚੰਗਾ ਸੰਦੇਸ਼ ਜਿਹੜਾ ਜਾ ਰਿਹਾ ਹੈ, ਜਿਹੜਾ ਤੁਸੀਂ ਕਿਹਾ ਹੈ ਵੀ ਸਿੱਖ ਪਰਿਵਾਰ ਬੇਸ਼ੱਕ ਰਹੇ ਜੇ ਪਰ ਦੂਜਾ ਪਰਿਵਾਰ ਨਾ ਰਹੇ। ਇਹ ਸੰਦੇਸ਼ ਦੇ ਰਿਹਾ ਹੈ ਕਿ ਵੀ ਅਸੀਂ ਸਿੱਖ ਭਰਾਵਾਂ ਨਾਲ ਲੱਗੇ, ਸਿੱਖਾਂ ਦਾ ਸਿਰ ਉੱਚਾ ਹੋ ਰਿਹਾ। ਜਿਹੜੀ ਤੁਸੀਂ ਸੇਵਾ ਕਰ ਰਹੇ ਹੋ, ਵੀ ਸਿੱਖ ਭਰਾਵਾਂ ਨਾਲ ਲੱਗੇ ਸੀ, ਸਾਡੇ ਪਿੱਠ ਦੇ ਪਿੱਛੇ ਖੜੇ ਨੇ, ਸਾਨੂੰ ਛੱਡ ਕੇ ਨਹੀਂ ਭੱਜ ਰਹੇ। ਇਹ ਬਹੁਤ ਚੰਗਾ ਸੰਦੇਸ਼ ਜਾ ਰਿਹਾ। ਬਿਲਕੁਲ ਇਹ ਸੰਦੇਸ਼ ਹੈ ਜਿਹੜਾ ਮਹਾਰਾਜ ਮਿਹਰ ਕਰਨ। ਕਿਉਂਕਿ ਇੱਕ ਗੱਲ ਹੋਰ ਰਸਤੇ ਚ ਆਉਂਦੇ ਆ ਨਾ, ਕੁਲਦੀਪ ਭਾਜੀ ਨੇ ਗੱਲ ਕੀਤੀ ਸੀ, ਕਹਿੰਦੇ ਸੀ ਇਹ ਸੰਘਰਸ਼ ਆਪਾਂ ਜਿੱਤ ਵੀ ਲਿਆ, ਆਪਾਂ ਘਰਾਂ ਨੂੰ ਚਲੇ ਗਏ, ਪਰ ਇਹ ਸ਼ਹੀਦ ਪਰਿਵਾਰਾਂ ਦੇ ਨਾਲ ਜਿਹੜੀ ਆਹ ਵਾਲੀ ਅਟੈਚਮੈਂਟ ਬਣਨੀ ਹੈ ਨਾ ਬੱਚਿਆਂ ਦੀ, ਜਾਂ ਵੱਡਾ ਭਰਾ ਛੋਟਾ ਭਰਾ, ਇਹ ਹੋ ਸਕਦਾ 15 ਸਾਲ ਚੱਲੇ, 20 ਸਾਲ ਚੱਲੇ, ਜਾਂ ਕਿੰਨਾ ਟਾਈਮ ਹੁਣ। ਸੋ ਉਹ ਸਾਰੇ ਇਲਾਕੇ ਦੇ ਵਿੱਚ ਪ੍ਰਧਾਨ ਜੀ ਇੱਕ 15-20 ਸਾਲ ਇਹ ਗੱਲ ਚੱਲਦੀ ਰਹੇਗੀ ਕਿ ਹਾਂ ਇਸ ਆ ਜਿਹੜਾ ਸ਼ਹੀਦ ਦਾ ਬੱਚਾ ਨਾ, ਇਹਨੂੰ ਉਹ ਫਲਾਣੀ ਜਗ੍ਹਾ ਤੋਂ ਆਹ ਪਰਿਵਾਰ ਜਿਹੜਾ ਉਹ ਸਪੋਰਟ ਕਰਦਾ ਪਿਆ। ਹੋ ਸਕਦਾ ਇਹਨਾਂ ਚੋਂ ਕਈ ਬੱਚੇ ਜਿਹੜੇ ਨੇ ਹੋਣਹਾਰ ਉਹ ਵੱਡੀਆਂ ਅਫਸਰ ਬਣ ਜਾਣ, ਕੁਝ ਵਿਦੇਸ਼ਾਂ 'ਚ ਜਾ ਕੇ ਆਪਣੇ ਕੋ ਵੱਡੇ ਮੁਕਾਮਾਂ ਤੇ ਪਹੁੰਚ ਜਾਣ। ਸੋ ਮੈਂ ਸਮਝਦਾ ਕਿ ਇਹ ਵੀ ਇੱਕ ਕਿਸਾਨੀ ਸੰਘਰਸ਼ ਦੀ ਪ੍ਰਾਪਤੀ ਹੈ ਜਿਹੜੀ ਸਾਡੇ ਸਾਹਮਣੇ ਆ ਰਹੀ ਹੈ। ਹਾਂਜੀ ਸਾਧ ਸੰਗਤ ਜੀ, ਇੱਕ ਹੋਰ ਗੱਲ ਆ, ਹਰਿਆਣੇ ਵਾਲਿਆਂ ਨੇ ਨਾਲ ਇਹ ਵੀ ਕਿਹਾ ਵੱਡਾ ਭਰਾ ਮੰਨ ਕੇ, ਤੇ ਜਦੋਂ ਸੰਘਰਸ਼ ਵਿੱਚ ਤੁਰਨਾ ਆ ਅਸੀਂ ਮੋਹਰੇ ਹੋਣਾ ਆ ਤੇ ਤੁਸੀਂ ਸਾਡੇ ਪਿੱਛੇ ਹੋਣਾ ਹੈ। ਇਹ ਵੀ ਆ ਹਰਿਆਣੇ ਵਾਲਿਆਂ ਦੀ, ਇਹ ਵੀ ਉਹਨਾਂ ਨੇ ਕਿਹਾ ਆ ਵੀ ਅਸੀਂ ਮੋਹਰੇ ਹੋ ਕੇ ਲੱਗਣਾ ਆ ਹਰ ਗੱਲ ਦੇ ਵਿੱਚ, ਭਾਵੇਂ ਉੱਥੇ ਜਾਨ ਜਾਂਦੀ ਹੋਵੇ। ਹਰਿਆਣੇ ਵਾਲੇ ਮੋਹਰੇ ਹੋਏ ਆ, ਮੋਹਰੇ ਹੋ ਕੇ ਹੀ ਬਾਰਡਰ ਤੋੜ ਕੇ ਲੈ ਕੇ ਆਏ ਆ। ਲਿਆਉਣ ਵਿੱਚ ਉੱਥੇ ਮੋਹਰੇ ਹੋਏ ਸੀਗੇ, ਸ਼ੰਭੂ ਬਾਰਡਰ ਤੋਂ ਮੋਹਰੇ ਹੋ ਕੇ ਲੱਗੇ ਸੀ, ਤੇ ਹੁਣ ਵੀ ਇਸੇ ਤਰ੍ਹਾਂ ਹੀ ਚੱਲ ਰਿਹਾ ਸੰਘਰਸ਼। ਸੋ ਅੱਜ ਰਾਤ ਦੇਰ ਹੋ ਗਈ ਆ, ਸਾਰਿਆਂ ਨੂੰ ਪ੍ਰਧਾਨ ਜੀ ਵੀ ਬੈਠੇ ਆ, ਕੁਦਰਤੀ ਆ ਗਏ। ਸੋ ਸਾਧ ਸੰਗਤ ਜੀ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜਿਹੜੀ ਸਾਡੇ ਸੰਗਤ ਦੇ ਬਾਕੀ ਸਾਰੇ ਟਰਸਟੀਜ਼ ਨੇ, ਭਾਈ ਜੀਤ ਸਿੰਘ ਉਹ ਉੱਥੇ ਸੰਗਤ ਟੈਲੀਵਿਜ਼ਨ ਨੂੰ ਚਲਾ ਰਹੇ ਨੇ, ਨਾਲ ਇਹੋ ਜੋ ਅਪੀਲਾਂ ਆਪ ਸੰਗਤਾਂ ਨਾਲ ਸਾਂਝੀਆਂ ਕਰਦੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਭਾਈ ਚੰਦਨ ਜੀ, ਭਾਈ ਅਠਵਾਲ ਜੀ, ਭਾਈ ਢਿੱਲੋਂ ਜੀ ਅਤੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ, ਤੇ ਬਾਕੀ ਸਾਡੇ ਜਿਹੜੇ ਡਾਇਰੈਕਟਰਸ ਨੇ, ਭਾਈ ਲੱਖਾ ਸਿੰਘ ਜੀ, ਭਾਈ ਗਿਆਨੀ ਸੁੱਖਾ ਸਿੰਘ ਜੀ, ਤੇ ਭਾਈ ਆਪਣੇ ਹਾਂਜੀ ਫਲਦੀਪ ਸਿੰਘ ਜੀ, ਤੇ ਭਾਈ ਸੁਖਵੀਰ ਸਿੰਘ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕਿਉਂਕਿ ਸਾਰੀ ਟੀਮ ਦਾ ਇਹ ਟੀਮ ਵਰਕ ਹੈਗਾ, ਇਕੱਲਾ ਇੱਥੇ ਮੈਂ ਕੋਈ ਫੈਸਲਾ ਨਹੀਂ ਲੈ ਸਕਦਾ, ਪਰ ਮੈਂ ਇਹਨੂੰ ਇੰਨਾ ਬੜਾ ਹੀ ਮੈਨੂੰ ਮਾਣ ਆ ਸਾਰੀ ਟੀਮ ਤੇ ਕਿ ਮੈਂ ਜੇ ਕੋਈ ਵੀ ਗੱਲ ਉੱਥੇ ਟਰਸਟ ਨਾਲ ਸਾਂਝੀ ਕੀਤੀ, ਉਹਨਾਂ ਨੇ ਕਿਹਾ ਨਹੀਂ ਇਹ ਕਰੀਏ। ਈਵਨ ਨਿਹੰਗ ਸਿੰਘਾਂ ਦੇ ਘੋੜੇ ਚੜ੍ਹਾਈ ਕਰ ਗਏ ਸਨ ਤੇ ਉਸ ਦਿਨ ਦੋ, ਤੇ ਮੈਂ ਕਿਹਾ ਮੇਰੇ ਕੋਲ ਵੀ, ਮੈਂ ਘੋੜਿਆਂ ਦਾ ਆਪ ਵੀ ਮੈਨੂੰ ਸ਼ੌਂਕ ਆ, ਕਰ ਰੱਖੇ ਆ, ਇੰਗਲੈਂਡ 'ਚ ਵੀ ਹੈਗਾ, ਤੇ ਮੈਂ ਕਿਹਾ ਆਪਾਂ ਘੋੜੇ ਦੇ ਉਹਨਾਂ ਨੂੰ ਉਸ ਲਈ ਸਾਰਿਆਂ ਨੇ ਕਹਿ ਦਿੱਤਾ ਵੀ ਨਹੀਂ ਘੋੜੇ ਲੈ ਲਓ, ਪਰ ਚਲੋ ਉਹਨਾਂ ਨੂੰ ਘੋੜਿਆਂ ਦੀ ਸੇਵਾ ਹੋਰ ਸੰਗਤਾਂ ਵੀ ਸਾਡੇ ਨਾਲੋਂ ਕਈ ਇਹ ਤੇ ਉਹ ਹੈ ਜਿਹੜਾ ਪਹਿਲ ਕਰ ਗਿਆ। ਸੋ ਸੇਵਾ ਦਾ ਕਹਿਣ ਦਾ ਮਤਲਬ ਹੈ ਵੀ ਕਿਸੇ ਹੁਣ ਬਾਂਸ ਦੇ ਘਰ ਬਣ ਰਹੇ ਨੇ, ਛੰਨਾ ਬਣ ਰਹੀਆਂ, ਤੇ ਕੋਈ ਵੀ ਗੱਲ ਉਹਨਾਂ ਨੂੰ ਦੱਸਿਆ ਵੀ ਆਹ ਕਿਸਾਨਾਂ ਦੀ ਲੋੜ ਆ। ਭਾਈ ਸਾਹਿਬ ਜੀ ਦਾ ਇੰਨਾ ਵੱਡਾ ਦਿਲ ਹੈ, ਉਹ ਕਹਿੰਦੇ ਰਣਜੀਤ ਸਿੰਘ ਜੋ ਉਹਨਾਂ ਨੂੰ ਲੋੜੀਂਦੀ ਹਿਊਮੈਨਿਟੇਰੀਅਨ ਏਡ ਦੀ ਲੋੜ ਹੈ
ਉਹ ਪਹੁੰਚਦੀ ਕੀਤੀ ਜਾਵੇ ਜਲਦੀ ਤੋਂ ਜਲਦੀ। ਹਰਿਆਣੇ ਵੱਲੋਂ ਹਾਂਜੀ ਹਰਿਆਣੇ ਵੱਲੋਂ ਹਰਿਆਣਾ ਦੇ ਸਾਰੇ ਲੋਕਾਂ ਵੱਲੋਂ ਸੰਗਤ ਐਡ ਦਾ, ਭਾਈ ਜੀਤ ਸਿੰਘ ਜੀ ਦਾ, ਭਾਈ ਰਣਧੀਰ ਸਿੰਘ ਜੀ ਦਾ, ਹੋਰ ਸਾਰੇ ਜਿਹੜੇ ਟਰਸਟੀ ਮਹਿੰਦਰ ਸਿੰਘ ਜੀ ਸਾਡੇ ਜਿਹੜੇ ਸਾਰੇ ਟਰਸਟੀ ਨੇ, ਸਾਰੇ ਜਿਹੜੇ ਚੇਅਰਮੈਨ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਭਾਈ ਮਹਿੰਦਰ ਸਿੰਘ ਜੀ ਚੇਅਰਮੈਨ ਸਾਹਿਬ, ਹੋਰ ਜਿਹੜੇ ਟਰਸਟੀ ਨੇ ਜਿਹੜੇ ਸੇਵਾ ਕਰ ਰਹੇ ਨੇ, ਹਰਿਆਣਾ ਦੀ ਸਾਰੀ ਸੰਗਤ ਵੱਲੋਂ ਤੇ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਵੱਲੋਂ, ਸਾਡੇ ਵੱਲੋਂ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸੋ ਸੰਗਤ ਜੀ, ਮੈਂ ਸਮਝਦਾ ਕਿ ਇਹ ਇੱਕ ਅਸੀਸ ਰੂਪ ਹੋ ਗਿਆ। ਪਿਛਲੇ 3 ਦਿਨਾਂ ਤੋਂ ਆਪਾਂ ਲਖਨਊ ਆਪਣਾ ਪੰਜੋਖਰਾ ਸਾਹਿਬ ਤੋਂ ਮੱਥਾ ਟੇਕ ਕੇ ਚੱਲੇ ਸੀ ਤੇ ਹਰਿਆਣੇ ਦੀ ਜਿਹੜੀ ਲਿਸਟ ਹੈ ਉਹ ਲਗਭਗ ਮੁਕੰਮਲ ਹੋਈ ਹੈ ਤੇ ਕੁਦਰਤੀ ਇਸ ਵੇਲੇ ਸਾਡੇ ਨਾਲ ਅਣਜੁੜੇ ਮੈਂ ਜੇ ਇਹਨਾਂ ਨੂੰ ਸਟੀਲਮੈਨ ਕਹਿ ਲਵਾਂ। ਜੋਗੀ ਜੀ ਇੱਕ ਸ਼ਬਦ ਪੜਿਆ ਕਰਦੇ ਸੀ, ਹਰਭਜਨ ਸਿੰਘ ਜੋਗੀ ਜੀ, ਮਾਈਟੀ ਮਾਈਟੀ ਖਾਲਸਾ, ਵੀ ਆਰ ਦਾ ਖਾਲਸਾ, ਵੇਅਰ ਵੀ ਗੋ ਪੀਪਲ ਵਾਂਟ ਟੂ ਨੋ ਹੂ ਵੀ ਆਰ, ਵੀ ਆਰ ਦਾ ਖਾਲਸਾ, ਸਟਰੋਂਗ ਐਜ਼ ਸਟੀਲ। ਸੋ ਉਹ ਜੋ ਜੋਗੀ ਜੀ ਪੜਿਆ ਕਰਦੇ ਸੀ, ਸਟਰੋਂਗ ਐਜ਼ ਸਟੀਲ, ਉਹ ਮੈਂ ਭਾਈ ਗੁਰਨਾਮ ਸਿੰਘ ਜੀ ਚਲੂਨੀ ਔਰ ਇਹਨਾਂ ਦੀ ਟੀਮ ਵਿੱਚ, ਉਹ ਸਾਨੂੰ ਉਸ ਖਾਲਸੇ ਦੇ ਦਰਸ਼ਨ ਹੁੰਦੇ ਆ ਜਿਹੜੇ ਉਹ ਪੜਿਆ ਕਰਦੇ ਸੀ ਸਟੇਜਾਂ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਾਲ ਜਾਂਦੇ ਜਾਂਦੇ ਮੈਂ ਵੀ ਗੱਲ ਜੋੜ ਜਾ। ਪਿਛਲੇ 3 ਦਿਨਾਂ 'ਚ ਜਿਹੜਾ ਸਾਨੂੰ ਪਤਾ ਲੱਗਾ, ਇਹ ਜਿੱਥੇ ਖੜ ਗਏ ਤੇ ਖੜ ਗਏ, ਫਿਰ ਗੁਰੂ ਕਿਰਪਾ ਤੇ ਫਤਿਹ ਹੀ ਹੁੰਦੀ ਹੈ। ਕਈ ਮੋਰਚੇ ਫਤਿਹ ਕਰ ਚੁੱਕੇ ਨੇ ਤੇ ਇਸ ਮੋਰਚੇ ਦੇ ਵਿੱਚ ਵੀ ਆਇਰਨ ਮੈਨ, ਹਾਂਜੀ ਆਇਰਨ ਮੈਨ ਦੇ ਰੂਪ ਦੇ ਵਿੱਚ ਚੱਲਦੇ ਪਏ ਨੇ। ਸੋ ਬਹੁਤ ਸਾਡੇ ਵਾਸਤੇ ਇੱਕ ਫਖਰ ਦੀ ਗੱਲ ਹੈ, ਖੁਸ਼ੀ ਦੀ ਗੱਲ ਹੈ ਕਿ ਐਸੇ ਲੋਹ ਪੁਰਸ਼ ਜਿਹੜੇ ਐਸੇ ਨੇਤਾ ਜਿਹੜੇ ਨੇ ਸਾਨੂੰ ਮਿਲੇ ਨੇ ਤੇ ਉਹਨਾਂ ਦੀ ਪੂਰੀ ਟੀਮ ਬੜੇ ਜਜ਼ਬੇ ਦੇ ਨਾਲ 24 ਘੰਟੇ ਲੱਗੀ, 24 ਘੰਟੇ ਕੋਈ ਟਾਈਮ ਟੂਮ ਨਹੀਂ ਵੇਖਦੇ, ਡਟੇ ਨੇ ਤੇ ਡਟੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।